ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਰਾਜ ਰਹੀ, ਸ੍ਰੀ ਅਬਚਲ ਨਗਰ ਅਪਾਰ। ਆਸ ਕੁਰਬਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ। ਸੈਬ ਸਰੋਹੀ ਸਹਿਥੀ, ਜਹ ਹਮਾਰੀ ਪੀਰ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਈ। ਅੰਧ ਲਖ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਜੁਧ ਪ੍ਰਬੰਧ ਲਿਖਿਅਤੇ ਤਵ ਪ੍ਰਸਾਦ। ਇਕ ਓੰਕਾਰ ਸ੍ਰੀ ਭਗਉਤੀ ਜੀ ਸਹਾਇ। ਭੁਜੰਗ ਪ੍ਰਿਆਤ ਛੰਦ। ਸ੍ਰੀ ਸਾਹਿਬ ਜੀ ਕੀ ਉਸਤਤ ਪਾਤਸ਼ਾਹੀ ਦਸਵੀਂ। ਨਮੋ ਸ੍ਰੀ ਭਗਉਤੀ ਬਡੈਲੀ ਸਰੋਹੀ। ਕਰੇ ਏਕ ਤੇ ਦ્વੈ ਸੁਭਟ ਹਾਥ ਸੋਹੀ। ਨਮੋ ਸ੍ਰੀ ਭਗਉਤੀ ਬਡੈਲੀ ਸਰੋਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਕਿਰਪਾ ਵਰਸਾ ਰਹੇ ਨੇ, ਜੋ ਆਪ ਸਤਿਗੁਰੂ ਸਾਹਿਬ ਜੀ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੀ ਤਰੁੱਠ ਕਰਕੇ ਆਪ ਸਿੱਖ ਸੰਗਤਾਂ ਨੂੰ ਪਾਵਨ ਸ਼੍ਰੀ ਭਗਉਤੀ ਸਤੋਤਰ ਦੀ ਕਥਾ ਸਤਿਗੁਰੂ ਸਾਹਿਬ ਜੀ ਸਰਵਣ ਕਰਵਾ ਰਹੇ ਨੇ। ਸੋ ਗੁਰੂ ਕੀਆਂ ਸਿੱਖਾਂ ਦੀ ਬੜੀ ਮੰਗ ਆਈ ਸੀ ਕਿ ਜਿਵੇਂ ਬ੍ਰਹਮ ਕਵਚ ਦੀ ਕਥਾ ਕੀਤੀ ਗਈ ਹੈ, ਇਸੇ ਤਰ੍ਹਾਂ ਭਗਉਤੀ ਸਤੋਤਰ ਦੀ ਕਥਾ ਵੀ ਕੀਤੀ ਜਾਵੇ। ਭਾਵੇਂ ਗਿਆਨੀ ਗਿਆਨ ਸਿੰਘ ਜੀ ਦਾ ਪ੍ਰਸੰਗ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਬ੍ਰਹਮ ਕਵਚ ਬਾਬਤ ਦੱਸਿਆ ਏ, ਤੇ ਉਹਦੇ ਤੋਂ ਅੱਗੇ ਭਗਉਤੀ ਸਤੋਤਰ ਦੀ ਕਥਾ ਕਰਨੀ ਹੀ ਸੀ। ਪਰ ਗੁਰੂ ਕੇ ਸਿੰਘਾਂ ਦੀ ਫੂਨ ਬਹੁਤ ਆਈ, ਬਹੁਤ ਮੈਸੇਜ ਆਏ ਕਿ ਜੋ ਇਹ ਪਾਵਨ ਕਥਾ ਦੀ ਲੜੀ ਸ਼ੁਰੂ ਕੀਤੀ ਹੈ, ਇਹ ਪਾਵਨ ਕਥਾ ਗੁਰੂ ਕੀਆਂ ਸਿੱਖ ਸੰਗਤਾਂ ਤੱਕ ਪਹੁੰਚਾਈ ਜਾਵੇ। ਭਗਉਤੀ ਸਤੋਤਰ ਦੀ ਕਥਾ ਵੀ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸੁਣਾਓ। ਸੋ ਗੁਰੂ ਕੀਆਂ ਸੰਗਤਾਂ ਦੀ ਅਸੀਸ ਦੇ ਨਾਲ ਅੱਜ ਗੁਰੂ ਖਾਲਸਾ ਜੀ ਭਗਉਤੀ ਸਤੋਤਰ ਦੀ ਜੋ ਪਾਵਨ ਗੁਰਬਾਣੀ ਹੈ, ਇਹਦੀ ਕਥਾ ਆਪਾਂ ਸਾਰੀਆਂ ਸਿੱਖ ਸੰਗਤਾਂ ਮਿਲ ਕਰਕੇ ਸਰਵਣ ਕਰਾਂਗੇ। ਸੋ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਵੇਲੇ ਭਾਈ ਪ੍ਰਾਗਾ ਜੀ ਹੋਏ ਨੇ, ਜੋ ਬੜੇ ਧਨ ਖੁਧਾਰੀ ਤੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਸੂਰਮੇ, ਤੇ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਉਹਨਾਂ ਤੋਂ ਅੱਗੇ ਗੁਰੂ ਖਾਲਸਾ ਜੀ ਦਵਾਰਕਾ ਦਾਸ ਜੀ, ਤੇ ਅੱਗੇ ਦਰਗਾਹ ਮੱਲ ਜੀ ਹੋਏ। ਭਾਈ ਪ੍ਰਾਗਾ ਜੀ ਦੇ ਪੋਤਰੇ ਜੋ 7ਵੇਂ ਤੇ 8ਵੇਂ ਪਾਤਸ਼ਾਹ ਸਤਿਗੁਰੂ ਗੁਰੂ ਕਰਤਾ ਹਰਿਰਾਏ ਸਾਹਿਬ ਜੀ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉਹਨਾਂ ਦੇ ਵੇਲੇ ਗੁਰੂ ਘਰ ਦੇ ਦੀਵਾਨ ਰਹੇ। ਭਾਈ ਦਰਗਾਹ ਮੱਲ ਜੀ ਦਾ ਪੁੱਤਰ ਧਰਮਚੰਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੀਵਾਨ ਰਿਹਾ। ਅਤੇ ਧਰਮਚੰਦ ਦਾ ਪੁੱਤਰ ਭਾਈ ਗੁਰਬਖਸ਼ ਸਿੰਘ
ਇਹ ਵੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਿਹਾ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਪੰਥ ਖਾਲਸੇ ਵੇਲੇ ਗੁਰੂ ਕੇ ਪੰਥ ਖਾਲਸੇ ਦਾ ਗੁਰੂ ਘਰ ਦਾ ਦੀਵਾਨ ਰਿਹਾ। ਤੇ ਤਿਸ ਦੇ ਸੁਪੁੱਤਰ ਸਨ ਭਾਈ ਕੇਸਰ ਸਿੰਘ ਜੀ ਛਿੱਬਰ। ਉਹਨਾਂ ਨੇ ਗੁਰੂ ਖਾਲਸਾ ਜੀ ਬੰਸਾਵਲੀ ਨਾਮਾ ਗ੍ਰੰਥ ਲਿਖਿਆ ਹੈ, ਜਿਹਦੇ ਵਿੱਚ ਉਹਨਾਂ ਨੇ 10ਵੇਂ ਪਾਤਸ਼ਾਹੀਆਂ ਦਾ ਇਤਿਹਾਸ ਡੇਟਾਂ ਦੇ ਕਰਕੇ ਤੇ ਸਭ ਤੋਂ ਪਹਿਲੇ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਲਿਖਿਆ। ਤੇ ਭਾਵੇਂ ਡੇਟਾਂ ਦਾ ਕੋਈ ਥੋੜਾ ਥੋੜਾ ਫਰਕ ਵੀ ਹੈ, ਪਰ ਇਹ ਗ੍ਰੰਥ ਬੜਾ ਇਤਿਹਾਸਕ ਖੋਜ ਦੇ ਨਾਲ ਭਰਪੂਰ ਹੈ। ਤੇ ਇਹਦੇ ਵਿੱਚ ਲਿਖਿਆ ਹੈ ਕਿ 10ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸੰਮਤ 1750 ਪੂਰਾ ਹੋਇਆ, ਪੰਥ ਜੁਦਾ ਕਰਨ ਦਾ ਉਪਾਉ ਸਾਹਿਬ ਮਨ ਪਰੋਇਆ। ਜਦੋਂ ਗੁਰੂ ਖਾਲਸਾ ਜੀ 1750 ਸੰਮਤ ਪੂਰੀ ਹੋਈ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੋਚਿਆ ਵੀ ਹੁਣ ਸਾਨੂੰ ਪੰਥ ਕਸ਼ਤਰੀ ਕਰ ਦੇਣਾ ਚਾਹੀਦਾ ਹੈ। ਜਿਹੜੇ ਬ੍ਰਾਹਮਣਾਂ ਵਾਲੇ ਕਰਮ ਨੇ ਉਹ ਖਤਮ ਕਰ ਦੇਣੇ ਚਾਹੀਦੇ ਨੇ, ਕਿਉਂਕਿ ਅੱਗੇ ਜੰਗ ਕਰਨੇ ਹੈ। ਤੇ ਜੰਗਾਂ ਦੇ ਵਿੱਚ ਜੰਝੂ ਦਾ ਟਿੱਕੇ ਦਾ ਇਹਨਾਂ ਕਿਰਿਆ ਦਾ ਕੋਈ ਕੰਮ ਨਹੀਂ ਹੈ। ਜੰਗ ਦੇ ਮੈਦਾਨ ਦੇ ਵਿੱਚ ਤੇ ਕਿਰਪਾਨ ਚਾਹੀਦੀ ਹੈ। ਜੰਝੂ ਟਿੱਕਾ ਭਦਨ ਕਿਰਿਆ ਇਹ ਰਹਿਤ ਹੈ ਔਖੀ, ਯੁੱਧ ਕਰਨ ਵਿੱਚ ਇਹੋ ਨਾ ਚਲਸੀ ਚਾਲ ਕਰੀਏ ਸੌਖੀ। ਜੰਗ ਦੇ ਮੈਦਾਨ ਵਿੱਚ ਟਿੱਕਾ ਲਾਉਣਾ, ਜਨੇਊ ਪਾਉਣਾ, ਧੋਤੀ ਲਾਉਣੀ ਇਹ ਔਖੀਆਂ ਗੱਲਾਂ ਨੇ, ਕਿਉਂਕਿ ਇਹਦੇ ਨਾਲ ਜੰਗ ਨਹੀਂ ਹੋ ਸਕਦਾ। ਜੰਗ ਤੇ ਐ ਕੱਸੇ ਬਸਤਰ ਪਾਏ ਹੁਣ ਤਿਆਰ ਬਰ ਤਿਆਰ ਹੋਵੇ, ਕਮਰ ਕੱਸਾ ਲੱਗਾ ਹੋਵੇ, ਇਹ ਸ਼ਸਤਰ ਕੋਲ ਹੋਣ ਤੇ ਤਾਂ ਜੰਗ ਦੇ ਮੈਦਾਨ ਦੇ ਵਿੱਚ ਜੂਝਿਆ ਜਾ ਸਕਦਾ ਹੈ। ਤਾਂ ਸੀਸ ਕੇਸ ਰੱਖ ਸਿਪਾਹੀ ਕਰਨੇ, ਕੱਟ ਸ਼ਸਤਰ ਬੰਧਵਾਏ ਸਿੰਘ ਨਾਮ ਧਰਨੇ। ਮਹਾਰਾਜ ਸਾਹਿਬ ਜੀ ਨੇ ਨਵੀਂ ਰੀਤੀ ਜਲਾਈ ਵੀ ਹੁਣ ਇਹੋ ਜਿਹੇ ਸਿੰਘ ਸਾਜਨੇ ਨੇ ਜਿਹੜੇ ਕੇਸਾਧਾਰੀ ਹੋਣਗੇ, ਲੱਕ ਦੇ ਨਾਲ ਕਮਰ ਕੱਸੇ ਲੋਣਗੇ ਤੇ ਸ਼ਸਤਰਾਂ ਨੂੰ ਬੰਨ ਕਰਕੇ ਰੱਖਣਗੇ। ਇਹੋ ਜਿਹੇ ਸਿੰਘ ਤਿਆਰ ਕਰਨੇ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1750 ਬਿਕਰਮੀ ਸੰਮਤ ਨੂੰ ਇਹ ਐਲਾਨ ਕਰ ਦਿੱਤਾ, ਜਿਹੜਾ ਵੀ ਸਾਡੇ ਕੋਲ ਆਵੇ ਉਹ ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਆਵੇ। ਜਬ ਹਮਰੇ ਦਰਸ਼ਨ ਕੋ ਆਵੋ, ਬਾਣ ਸੁਚੇਤ ਤਨ ਸ਼ਸਤਰ ਸਜਾਵੋ, ਅਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਤੇ ਸਿੰਘਾਂ ਨੂੰ ਕਿਹਾ, ਸਿੱਖਾਂ ਨੂੰ ਕਿਹਾ ਵੀ ਜਿਹੜਾ ਵੀ ਸਾਨੂੰ ਸ਼ਸਤਰ ਭੇਟ ਕਰੇਗਾ, ਘੋੜੇ ਭੇਟ ਕਰੇਗਾ, ਉਹਦੇ ਤੇ ਸਾਡੀ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕੋਲ ਬਹੁਤ ਸਾਰੀਆਂ ਸਿੱਖ ਸੰਗਤਾਂ ਉਪੜਨ ਲੱਗੀਆਂ ਤੇ ਕਈਆਂ ਨੇ ਮਹਾਰਾਜ ਨੂੰ ਸ਼ਸਤਰ ਲਿਆ ਕੇ ਹਾਜ਼ਰ ਕੀਤੇ। ਮਹਾਰਾਜ ਸਾਹਿਬ ਜੀ ਨੂੰ ਘੋੜੇ ਲਿਆ ਕੇ ਹਾਜ਼ਰ ਕੀਤੇ। ਸਤਿਗੁਰੂ ਸਾਹਿਬ ਨੇ ਬੜੀ ਖੁਸ਼ੀ ਕੀਤੀ, ਬੜੀ ਪ੍ਰਸੰਨਤਾ ਕੀਤੀ ਉਹਨਾਂ ਦੇ ਉੱਤੇ। ਤੇ ਮਹਾਰਾਜ ਸਾਹਿਬ ਜੀ ਦੇ ਕੋਲ ਕੋਈ ਪੰਡਤਾਂ ਦਾ ਬ੍ਰਾਹਮਣ ਭਾਈਚਾਰਾ ਆਇਆ ਤੇ ਉਹ ਮਹਾਰਾਜ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਨ ਲੱਗੇ। ਉਹਦੇ ਵਿੱਚ ਕੁਝ ਕਸ਼ਤਰੀ ਵੀ ਸਨ ਤੇ ਰਲੇ ਮਲੇ ਸਨ, ਕੋਈ ਸਿੱਖ ਵੀ ਸਨ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੀ, ਪਹਿਲਾਂ ਤੇ ਇਹ ਕੋਈ ਮਰਿਆਦਾ ਨਹੀਂ ਸੀ ਸ਼ਸਤਰ ਰੱਖਣ ਦੀ, 6ਵੇਂ ਪਾਤਸ਼ਾਹ ਨੇ ਚਲਾਈ, ਪਰ ਤੁਸੀਂ ਤੇ ਹੁਣ ਪੱਕਾ ਹੀ ਕਹਿ ਦਿੱਤਾ ਇਹ ਵੀ ਜਨੇਊ ਪਾਉਣਾ ਹੀ ਨਹੀਂ ਹੈ। ਤੁਹਾਡੇ ਪਿਤਾ ਨੇ ਜਨੇਊ ਦੀ ਰੱਖਿਆ ਕੀਤੀ ਹੈ, ਪਰ ਤੁਸੀਂ ਜਨੇਊ ਦਾ ਖੰਡਨ ਕਰ ਦਿੱਤਾ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਜੈਸਾ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਇਸ਼ਟ ਤਗ ਛਤਰੀਨ ਕਾ ਅਹੇ ਸਦਾ ਕਿਰਪਾਨ। ਮਹਾਰਾਜ ਕਹਿਣ ਲੱਗੇ ਖਾਲਸਾ ਛਤਰੀ ਹੈ, ਇਹ ਛਤਰੀਆਂ ਦਾ ਜਨੇਊ ਕਿਰਪਾਨ ਹੀ ਹੈ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਅਸਾਂ ਨੇ ਕਿਰਪਾਨ ਧਾਰੀ ਗੁਰੂ ਕਾ ਖਾਲਸਾ ਸਾਜਣਾ ਹੈ, ਤਿਆਰੀ ਕਰਨੀ ਪ੍ਰਾਰੰਭ ਕਰ ਦਿੱਤੀ ਹੈ। ਤੇ ਉਹ ਕਸ਼ਤਰੀ ਕਹਿਣ ਲੱਗੇ, ਮਹਾਰਾਜ ਸਾਹਿਬ ਜੀ ਅਸੀਂ ਵੀ ਕਸ਼ਤਰੀ ਹੈ ਤੇ ਅੱਗੇ ਅਸੀਂ ਦੁਰਗਾ ਦਾ ਕਵਚ, ਦੁਰਗਾ ਦਾ ਸਤੋਤਰ ਪੜ੍ਹਦੇ ਹੁੰਦੇ ਸਾਂ, ਤੇ ਤੁਸਾਂ ਨੇ ਹੁਣ ਕਹਿ ਦਿੱਤਾ ਇਹ ਵੀ ਜਿਹੜੇ ਸਿੱਖ ਨੇ ਉਹਨਾਂ ਦਾ ਇਸ਼ਟ ਕਿਰਪਾਨ ਹੈ,
ਤੇ ਕੋਈ ਕਿਰਪਾਨ ਦਾ ਸਤੋਤਰ ਵੀ ਸੁਣਾਓ। ਤੇ ਮਹਾਰਾਜ ਸਾਹਿਬ ਜੀ ਨੇ ਇਹ ਫਿਰ ਗੁਰੂ ਖਾਲਸਾ ਜੀ 1752 ਬਿਕਰਮੀ ਦੇ ਵਿੱਚ ਇਹ ਪਾਵਨ ਸਤੋਤਰ ਉਚਾਰਨ ਕੀਤਾ। ਫੱਗਣ ਦੇ ਮਹੀਨੇ ਦੇ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਤੇ ਫਿਰ ਇਹ ਗੁਰੂ ਕੇ ਸਿੱਖ ਗੁਰੂ ਖਾਲਸਾ ਜੀ ਕਿਰਪਾਨ ਦੀ ਉਸਤਤ ਜਿਹਦੇ ਵਿੱਚ ਪਰੋਈ ਹੋਈ ਹੈ, ਇਹਦਾ ਨਾਮ ਹੈ ਭਗਵਤੀ ਸਤੋਤਰ, ਤੇ ਇਹਦਾ ਜਾਪ ਕਰਨ ਲੱਗ ਪਏ। ਫਿਰ ਮਹਾਰਾਜ ਸਾਹਿਬ ਜੀ ਜਦੋਂ ਨੈਣਾ ਦੇਵੀ ਦੇ ਟਿੱਲੇ ਦੇ ਪਹੁੰਚੇ ਨੇ, ਉੱਥੇ ਮਹਾਰਾਜ ਸਾਹਿਬ ਜੀ ਨੇ ਇੱਕੇ ਵਾਰ ਹੀ ਸਾਰੀ ਸਮੱਗਰੀ ਪਾਈ ਹਵਨ ਕੁੰਡ ਵਿੱਚ, ਤੇ ਉੱਥੇ ਚੰਡੀ ਦੀ ਵਾਰ ਪੜੀ, ਉਗਰਦੰਤੀ ਦਾ ਪਾਠ ਕੀਤਾ, ਇੱਕ ਭਗਵਤੀ ਦੀ ਵਾਰ ਹੈ ਉਹ ਪੜੀ, ਤੇ 32 ਪਾਠ ਮਹਾਰਾਜ ਸਾਹਿਬ ਜੀ ਨੇ ਬ੍ਰਹਮ ਕਵਚ ਦੇ ਕੀਤੇ ਨੇ। ਬਾਬਾ ਸੁੱਖਾ ਸਿੰਘ ਜੀ ਜੋ ਪਟਨੇ ਸਾਹਿਬ ਦੇ ਮਹੰਤ ਵੀ ਹੋਏ ਨੇ, ਉਹਨਾਂ ਨੇ ਇੱਕ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖਿਆ ਹੈ, ਉਹਦੇ ਵਿੱਚ ਉਹਨਾਂ ਨੇ ਗਵਾਹੀ ਦਿੱਤੀ ਹੈ ਵੀ ਉੱਥੇ ਮਹਾਰਾਜ ਨੇ ਬ੍ਰਹਮ ਕਵਚ ਦਾ ਪਾਠ ਉਚਾਰਿਆ, ਬ੍ਰਹਮ ਕਵਚ ਦਾ ਪਾਠ ਕੀਤਾ। ਤੇ ਉਗਰਦੰਤੀ ਦੀ ਗਵਾਹੀ ਗੁਰੂ ਖਾਲਸਾ ਜੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚੋਂ ਮਿਲਦੀ ਹੈ। ਤੇ ਜਦੋਂ ਗੁਰੂ ਖਾਲਸਾ ਜੀ ਹਵਨ ਕੁੰਡ ਦੇ ਵਿੱਚੋਂ ਕਿਰਪਾਨ ਪੈਦਾ ਹੋਈ, ਤੇ ਕਿਰਪਾਨ ਰੂਪ ਹੋ ਕੇ ਵਾਹਿਗੁਰੂ ਨੇ ਦਰਸ਼ਨ ਦਿੱਤੇ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਫਿਰ ਇਹ ਭਗਵਤੀ ਸਤੋਤਰ ਨਾਮ ਦੀ ਬਾਣੀ ਉਚਾਰੀ ਤੇ ਕਿਰਪਾਨ ਦੀ ਉਸਤਤ ਕੀਤੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ। ਫਿਰ ਗੁਰੂ ਖਾਲਸਾ ਜੀ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕੋਲ ਸਾਹਿਬ ਬਾਬਾ ਦੀਪ ਸਿੰਘ ਜੀ ਆਏ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਜੀ ਤੇ ਬੜੇ ਪ੍ਰਸੰਨ ਹੋਏ। ਮਿਸਲ ਸ਼ਹੀਦਾਂ ਦੇ ਜਥੇਦਾਰ, ਸ਼ਹੀਦਾਂ ਦੇ ਸ਼੍ਰੋਮਣੀ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਤੇ ਮਹਾਰਾਜ ਸਾਹਿਬ ਜੀ ਨੇ ਪਹਿਰਾ ਲਾ ਦਿੱਤਾ ਵੀ ਤੁਸੀਂ ਭਾਈ ਮਣੀ ਸਿੰਘ ਜੀ ਦੇ ਪਾਸੋਂ ਗੁਰਮੁਖੀ ਅੱਖਰ ਸਿੱਖੋ, ਤੇ ਨਾਲ ਹੀ ਤੁਸੀਂ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰੋ। ਬਾਬਾ ਦੀਪ ਸਿੰਘ ਜੀ ਗੱਤਕੇ ਦੇ ਅਖਾੜੇ ਵਿੱਚ ਜਾਂਦੇ ਤੇ ਬਹੁਤ ਸੋਹਣੀ ਸ਼ਸਤਰ ਵਿਦਿਆ ਪ੍ਰਾਪਤ ਕਰਦੇ। ਇੱਕ ਦਿਨ ਮਹਾਰਾਜ ਸਾਹਿਬ ਜੀ ਪ੍ਰਸੰਨ ਹੋਏ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਆਪਣੇ ਗਾਤਰੇ ਵਾਲੀ ਕਿਰਪਾਨ ਤੇ ਇੱਕ ਖੰਡਾ ਬਖਸ਼ ਕੇ ਨਿਹਾਲ ਕੀਤਾ। ਐਂ ਲੱਗੇ ਖੰਡਾ ਤੁਸਾਂ ਨੇ ਹਰਦਮ ਆਪਣੇ ਕੋਲ ਰੱਖਣਾ ਹੈ। ਤੇ ਨਾਲ ਹੀ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਆਹ ਭਗਵਤੀ ਸਤੋਤਰ ਹੈ, ਇਹ ਖੰਡੇ ਦਾ ਤੇ ਕਿਰਪਾਨ ਦਾ ਸਤੋਤਰ ਹੈ, ਇਹਦਾ ਨਿਤਨੇਮ ਤੁਸਾਂ ਨੇ ਹਰ ਰੋਜ਼ ਕਰਨਾ ਹੈ। ਇਹਦਾ ਨਿਤਨੇਮ ਕਰਕੇ ਜਿੱਧਰ ਨੂੰ ਚੜ੍ਹਾਈ ਕਰਦੇ ਹੋਗੇ ਉਹੀ ਜੰਗ ਦਾ ਮੈਦਾਨ ਫਤਿਹ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਬਾਬਾ ਦੀਪ ਸਿੰਘ ਜੀ ਇਹਦੇ 11 ਪਾਠ ਗੁਰੂ ਖਾਲਸਾ ਜੀ ਹਰ ਰੋਜ਼ ਕਰਦੇ ਹੁੰਦੇ ਸੀ ਨਿਤਨੇਮ ਦੇ ਨਾਲ। ਤੇ ਇਹਦੀ ਮਰਿਆਦਾ ਇੱਕ ਬਾਬਾ ਗਿਆਨਾ ਸਿੰਘ ਜੀ ਹੋਏ ਨੇ, ਜੋ ਬੜੇ ਮਹਾਨ ਗਤਕਈ ਮਾਸਟਰ ਨਿਹੰਗ ਸਿੰਘ ਹੋਏ ਨੇ। ਬਾਬਾ ਸੰਤਾ ਸਿੰਘ ਜੀ ਨੇ, ਉਹਨਾਂ ਨੇ ਬਾਬਾ ਗਿਆਨਾ ਸਿੰਘ ਜੀ ਨੇ ਜਿਹੜੇ ਦਾ ਪੇਚ ਗਤਕੇ ਦੇ ਪੁਰਾਣੇ ਸੁਣੇ ਸੀ ਸੀਨੇ ਬਸੀਨੇ, ਤੇ ਉਹ ਦੱਸੇ, ਤੇ ਉਹ ਬਾਬਾ ਸੰਤਾ ਸਿੰਘ ਜੀ ਨੇ ਛੁਪਵਾਏ ਵੀ। ਤੇ ਉਹਦੇ ਵਿੱਚ ਬਾਬਾ ਗਿਆਨਾ ਸਿੰਘ ਜੀ ਨੇ ਲਿਖਿਆ ਭਗਵਤੀ ਸਤੋਤਰ ਦੇ ਬਾਬਤ। ਉਹ ਕਹਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਮੰਤਰ ਹੈ ਨਾ, ਏਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਤੱਕ, ਤੇ ਦਸਮ ਦੀ ਬਾਣੀ ਦੇ ਵਿੱਚ ਜਾਪ ਸਾਹਿਬ ਦਾ ਮੂਲ ਮੰਤਰ ਹੈ ਚੱਕਰ ਚਿਹਨ ਅਰ ਵਰਨ ਜਾਤ। ਇਸੇ ਤਰੀਕੇ ਦੇ ਨਾਲ ਸਰਬਲੋ ਦੀ ਬਾਣੀ ਦੇ ਵਿੱਚ ਛਾਇਆ ਰੂਪੀ ਹੋਈ ਕੈ। ਭਾਈ ਨੰਦ ਲਾਲ ਦੀ ਬਾਣੀ ਦਾ ਆ ਖੁਦਾ ਬੰਦੇ ਜ਼ਮੀਨੋ ਆਸਮਾਂ, ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾਂ। ਏਦਾਂ ਹੀ ਇਹ ਗਤਕੇ ਦਾ ਮੂਲ ਮੰਤਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਭਗਵਤੀ ਸਤੋਤਰ ਜਦੋਂ ਗਤਕੇ ਦਾ ਅਖਾੜਾ ਲਾਉਣਾ ਹੈ, ਉਸ ਵਕਤ ਵੀਰ ਆਸਨ ਹੋ ਕੇ ਕਿਰਪਾਨ ਆਪਣੇ ਹੱਥ ਵਿੱਚ ਐ ਪਕੜ ਲੈਣੀ ਹੈ, ਨੰਗੀ ਕੱਢ ਕੇ ਇਹ ਮੋਢੇ ਤੇ ਰੱਖ ਲੈਣੀ ਹੈ ਐ ਸਿੱਧੀ ਕਰਕੇ, ਤੇ ਵੀਰ ਆਸਨ ਹੋ ਕੇ 11 ਪਾਠ ਕਰਨੇ ਨੇ, ਤੇ ਫੇਰ ਗਤਕੇ ਦਾ ਅਖਾੜਾ ਸ਼ੁਰੂ ਕਰਨਾ ਹੈ। ਇਹ ਪੁਰਾਣੀ ਸਿੰਘਾਂ ਦੀ ਮਰਿਆਦਾ ਸੀ। ਜਦੋਂ ਜੰਗ ਨੂੰ ਚੜ੍ਹਦੇ ਸੀ ਤੇ ਪਹਿਲਾਂ ਬ੍ਰਹਮ ਕਵਚ ਦੇ 32 ਪਾਠ ਕਰਦੇ ਹੁੰਦੇ ਸੀ, ਤੇ ਫਿਰ 11 ਪਾਠ ਗੁਰੂ ਖਾਲਸਾ ਜੀ ਉਹ ਇਸ ਤਰੀਕੇ ਦੇ ਨਾਲ ਵੀਰ ਆਸਨ ਹੋ ਕੇ ਭਗਵਤੀ ਸਤੋਤਰ ਦੇ ਕਰਕੇ
ਤੇ ਫਿਰ ਉਹ ਜੰਗ ਦੇ ਮੈਦਾਨ ਨੂੰ ਚੜ੍ਹਦੇ ਸੀ। ਬਾਬਾ ਦੀਪ ਸਿੰਘ ਜੀ ਜਦੋਂ ਜੰਗ ਦੇ ਮੈਦਾਨ ਨੂੰ ਚੜ੍ਹੇ ਤੇ ਦਮਦਮੇ ਸਾਹਿਬ ਇਹ ਭਗਉਤੀ ਸਤੋਤਰ ਦੇ 11 ਪਾਠ ਕਰਕੇ ਅਰਦਾਸ ਕੀਤੀ ਸੀ। ਤੇ ਫਿਰ ਉਹ ਚੜ੍ਹੇ ਸਨ ਤੇ ਉਹਨਾਂ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹਨਾਂ ਪੰਕਤੀਆਂ ਦੇ ਤਨ ਦੇ ਹੀ ਨਾਲ ਗੁਰੂ ਖਾਲਸਾ ਜੀ ਅਰਥ ਕੀਤੇ ਸਨ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਜਿੱਥੇ ਮਿਸਲ ਸ਼ਹੀਦਾਂ ਦੇ ਜਥੇਦਾਰ ਰਹੇ, ਉੱਥੇ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਦੀਆਂ ਉਹਨਾਂ ਦੇ ਉੱਪਰ ਬੜੀਆਂ ਬਖਸ਼ਿਸ਼ਾਂ ਸਨ। ਆਨੰਦਪੁਰ ਸਾਹਿਬ ਦੇ ਵਿੱਚ 32 ਲਿਖਾਰੀ ਤੇ ਉਹਨਾਂ ਲਿਖਾਰੀਆਂ ਦਾ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜਥੇਦਾਰ ਬਣਾਇਆ ਸੀ। ਉਹ ਲਿਖਦੇ ਹੁੰਦੇ ਸਨ ਹੱਥ ਲਿਖਤ ਪੋਥੀਆਂ, ਤੇ ਜਦੋਂ ਵਿਸਾਖੀ ਦਾ ਜੋੜ ਮੇਲਾ ਆਉਣਾ, ਹੋਲੇ ਮਹੱਲੇ ਦਾ ਜੋੜ ਮੇਲਾ ਆਉਣਾ, ਤੇ ਉਸ ਵਕਤ ਗੁਰੂ ਕਿਆਂ ਸਿੱਖਾਂ ਨੂੰ ਪੋਥੀਆਂ ਦਿੱਤੀਆਂ ਜਾਂਦੀਆਂ ਸੀ। ਭਾਈ ਨੰਦ ਲਾਲ ਜੀ ਦੀ ਬਾਣੀ ਦਾ ਗੁਰਮੁਖੀ ਅਨੁਵਾਦ ਵੀ ਬਾਬਾ ਦੀਪ ਸਿੰਘ ਜੀ ਕਰਦੇ ਰਹੇ। ਫਿਰ ਗੁਰੂ ਖਾਲਸਾ ਜੀ ਜਦੋਂ 48 ਸਿੰਘਾਂ ਨੂੰ ਅਰਥ ਪੜ੍ਹਾਏ ਤੇ ਉਦੋਂ ਡਿਊਟੀ ਲਾਈ ਬਾਬਾ ਦੀਪ ਸਿੰਘ ਜੀ ਦੀ ਕਿ ਆਪ ਜੀ ਨੇ ਹੱਥ ਲਿਖਤ ਬੀੜਾਂ ਲਿਖਣੀਆਂ ਨੇ, ਇਹ ਸੰਪਰਦਾਈ ਅਰਥਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਤੇ ਅੱਗੇ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ ਅਰਥਾਂ ਦਾ ਪ੍ਰਚਾਰ ਕਰਦੇ ਰਹੇ। ਉਹਦੇ ਤੋਂ ਗੁਰੂ ਖਾਲਸਾ ਜੀ ਅੱਗੇ ਅਰਥਾਂ ਦੀਆਂ ਸੰਪਰਦਾਵਾਂ ਚੱਲੀਆਂ ਨੇ, ਜੋ ਸੀਨੇ ਬਸੀਨੇ ਗੁਰੂ ਖਾਲਸਾ ਜੀ ਅਰਥ ਪੜ੍ਹਾ ਰਹੀਆਂ ਨੇ। ਪਿੰਡਰਾਂ ਦੇ ਵਿੱਚ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਏ, ਤੇ ਉਹ ਵੀ ਗੁਰੂ ਖਾਲਸਾ ਜੀ ਇਹ ਸੰਪਰਦਾਈ ਅਰਥ ਪੜ੍ਹਾਉਂਦੇ ਰਹੇ। ਤੇ ਉਹਨਾਂ ਤੋਂ ਅੱਜ ਵੀ ਪਿੰਡਰਾਂ ਵਾਲੀ ਸੰਪਰਦਾਇ ਜੋ ਗੁਰਬਾਣੀ ਦਾ ਸ਼ੁੱਧ ਪਾਠ ਸ਼ੁੱਧ ਅਰਥ ਪੜ੍ਹਾਉਂਦੀ ਹੈ, ਉਹ ਪੰਥ ਦੇ ਵਿੱਚ ਮਸ਼ਹੂਰ ਹੈ। ਸੀਨੇ ਬਸੀਨੇ ਜੋ ਅਰਥ ਪੜ੍ਹਾਏ ਜਾ ਰਹੇ ਨੇ। ਫਿਰ ਗੁਰੂ ਖਾਲਸਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ, ਜੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਜਥੇਦਾਰੀ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਸੀ। ਤੇ ਦਮਦਮੇ ਸਾਹਿਬ ਬੈਠ ਕਰਕੇ ਉਹਨਾਂ ਨੇ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਲਿਖੀਆਂ। ਉੱਥੇ ਉਹਨਾਂ ਨੇ ਦਸਮ ਦੀ ਗੁਰਬਾਣੀ ਦੀ ਇੱਕ ਹੱਥ ਲਿਖਤ ਬੀੜ ਲਿਖੀ। ਅਰਬੀ ਵਿੱਚ ਉਰਦੂ ਵਿੱਚ ਵੀ ਬੀੜਾਂ ਉਹਨਾਂ ਨੇ ਲਿਖੀਆਂ। ਉਹ ਗੁਰੂ ਖਾਲਸਾ ਜੀ ਬੀੜ ਅੱਜ ਵੀ ਗੁਰਦੁਆਰਾ ਪਟਨਾ ਸਾਹਿਬ ਤਖਤ ਸਾਹਿਬ ਤੇ ਸ਼ੁਭਾਇਮਾਨ ਹੈ। ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਲਿਖਦੇ ਨੇ ਕਿ ਪਟਨੇ ਸਾਹਿਬ ਵਾਲੀ ਬੀੜ ਜੋ ਬਾਬਾ ਦੀਪ ਸਿੰਘ ਜੀ ਨੇ ਲਿਖੀ ਹੈ, ਉੱਥੇ 2 ਬੀੜਾਂ ਨੇ, ਇੱਕ ਬਾਬਾ ਸੁੱਖਾ ਸਿੰਘ ਜੀ ਦੀ ਹੈ, ਇੱਕ ਬਾਬਾ ਦੀਪ ਸਿੰਘ ਜੀ ਦੀ ਹੈ। ਬਾਬਾ ਦੀਪ ਸਿੰਘ ਜੀ ਵਾਲੀ ਬੀੜ ਨੂੰ ਵੱਡੇ ਮਹਾਰਾਜ ਕਹਿੰਦੇ ਨੇ, ਵੱਡੇ ਮਹਾਰਾਜ, ਕਿਉਂਕਿ ਉਹਦੇ ਚ ਬਾਣੀ ਵਧੀਕ ਹੈ। ਤੇ ਕਹਿ ਦਿੰਦੇ ਵੱਡੇ ਬਾਬਾ ਜੀ ਲਿਆਓ, ਵੱਡੇ ਮਹਾਰਾਜ ਦਾ ਦਰਸ਼ਨ ਕਰਾਓ। ਉਹਦੇ ਵਿੱਚ ਗੋਬਿੰਦ ਗੀਤਾ ਵੀ ਹੈ। ਇੱਕ ਬੀੜ ਬਾਬਾ ਸੁੱਖਾ ਸਿੰਘ ਜੀ ਵਾਲੀ ਹੈ। ਉਹਦੇ ਵਿੱਚ ਉਹਨਾਂ ਨੇ ਗੁਰੂ ਖਾਲਸਾ ਜੀ ਇਹ ਭਗਉਤੀ ਸਤੋਤਰ ਦਰਜ ਕੀਤਾ। ਜਿੱਥੇ ਕ੍ਰਿਸ਼ਨਾ ਅਵਤਾਰ ਚੱਲਦਾ ਏ, ਤੇ ਕ੍ਰਿਸ਼ਨਾ ਅਵਤਾਰ ਦੇ ਵਿੱਚ ਜਿੱਥੇ ਜਰਾ ਸਿੰਧ ਦਾ ਜੰਗ ਚੱਲਦਾ ਏ ਨਾ, ਉੱਥੇ ਗੁਰੂ ਖਾਲਸਾ ਜੀ ਇਹ ਬਾਣੀ ਦਰਜ ਹੈ। ਤੇ ਉੱਥੇ ਲਿਖਿਆ ਏ 1752 ਤੇ ਫੱਗਣ, ਉੱਥੇ ਮਿਤੀ ਲਿਖੀ ਹੈ ਵੀ ਮਹਾਰਾਜ ਨੇ ਫੱਗਣ ਦੇ ਮਹੀਨੇ 1752 ਆਨੰਦਪੁਰ ਸਾਹਿਬ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ। ਬਹੁਤ ਸਾਰੀਆਂ ਸਿੱਖ ਸੰਗਤਾਂ ਦੀ ਮੰਗ ਆਈ ਸੀ ਜੀ 1.25 ਲੱਖ ਜੋ ਬ੍ਰਹਮ ਕਵਚ ਦੇ ਜਾਪ ਦੀ ਮਰਿਆਦਾ ਹੈ ਉਹ ਕਠਨ ਹੈ, ਤੇ ਕੋਈ ਸਖੈਨ ਰੂਪ ਵਿੱਚ ਵੀ ਦੱਸੋ। ਪਹਿਲੀ ਗੱਲ ਤੇ ਇਹ ਹੈ ਗੁਰੂ ਖਾਲਸਾ ਜੀ ਜਿਹੜਾ ਬ੍ਰਹਮ ਕਵਚ ਤੇ ਭਗਉਤੀ ਸਤੋਤਰ, ਉਗਰਦੰਤੀ ਭਗਉਤੀ ਦੀ ਵਾਰ, ਇਹ 4 ਬਾਣੀਆਂ ਮਹਾਰਾਜ ਨੇ ਕਿਰਪਾਨ ਦੀ ਉਸਤਤ ਦੇ ਵਿੱਚ ਉਚਾਰੀਆਂ ਨੇ। ਇਹਨੂੰ ਪੜਨ ਦਾ ਫਾਇਦਾ ਉਹਨੂੰ ਹੀ ਹੈ ਜਿਹਨੇ ਗਾਤਰੇ ਕਿਰਪਾਨ ਪਾਈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹਨੇ ਗਲ ਕਿਰਪਾਨ ਹੀ ਨਹੀਂ ਪਾਈ, ਭਰਵੱਟੇ ਮੁੰਨੇ ਨੇ ਤੇ ਹੋਰ ਉਹਨੇ ਲਾਏ ਨੇ ਇਸ਼ਕ ਮੁਸ਼ਕ ਦੇ ਜਿੰਨੇ ਵੀ ਗਹਿਣੇ ਸ਼ਿੰਗਾਰ ਨੇ, ਤੇ ਗੁਰੂ ਖਾਲਸਾ ਜੀ ਉਹਨੂੰ ਕੀ ਲਾਭ ਹੋਵੇਗਾ। ਇੱਕ ਛਤਰੀਆਂ ਦੀ ਬਾਣੀ ਹੈ, ਇੱਕ ਛਤਰੀ ਆਪਣਾ ਇਸ਼ਟ ਕਿਰਪਾਨ ਨੂੰ ਮੰਨਦੇ ਨੇ। ਜਿਹਦੇ ਗਾਤਰੇ ਕਿਰਪਾਨ ਹੈ, ਜਿਹੜਾ ਕਿਰਪਾਨ ਦੀ ਪੂਜਾ ਕਰਦਾ ਹੈ,
ਉਹਨੂੰ ਇਹਦਾ ਲਾਭ ਹੈ। ਜਿਹੜੀ ਨਿਤ ਦੀ ਮਰਿਆਦਾ ਹੈ ਉਹ ਹੈ ਕਿ ਵੀਰ ਆਸਨ ਵਿੱਚ ਬੈਠ ਕਰਕੇ ਪੜ੍ਹਨਾ ਹੈ, ਕਮਰ ਕੱਸਾ ਸਜਾ ਕੇ ਤੇ ਕਿਰਪਾਨ ਲੈ ਕਰਕੇ, ਤੇ ਨੰਗੀ ਕਿਰਪਾਨ ਮੋਢੇ ਰੱਖਣੀ ਜਿਵੇਂ ਅੰਮ੍ਰਿਤ ਸੰਚਾਰ ਵੇਲੇ, ਤੇ 32 ਪਾਠ ਪਹਿਲਾਂ ਬ੍ਰਹਮ ਕਵਚ ਦੇ ਕਰਨੇ ਨੇ, ਤੇ ਫਿਰ 11 ਪਾਠ ਭਗਵਤੀ ਅਸਤੋਤਰ ਦੇ ਕਰਨੇ ਨੇ। ਫਿਰ ਇਹਦਾ ਗੁਰੂ ਖਾਲਸਾ ਜੀ ਲਾਭ ਹੈ। ਇਸ ਵਾਸਤੇ ਪਹਿਲਾਂ ਖੰਡੇ ਦੀ ਪੌਲ ਛਕ ਕੇ ਕਿਰਪਾਨ ਧਾਰੀ ਹੋਈਏ, ਤੇ ਫਿਰ ਇਹਦੀ ਗੁਰਬਾਣੀ ਦਾ ਆਪਾਂ ਜਾਪ ਕਰਾਂਗੇ। ਫਿਰ ਕੋਈ ਭੂਤ ਪ੍ਰੇਤ, ਕੋਈ ਜੰਗੀ ਮੋਰਚਾ, ਕਿਸੇ ਦੇ ਵਿਆਹ ਦਾ ਮੋਰਚਾ, ਕੋਈ ਵੀ ਲੋਕ ਪ੍ਰਲੋਕ ਦਾ ਮੋਰਚਾ ਅੜਿਆ ਹੋਵੇ ਤੇ ਉਹ ਮੋਰਚਾ ਫਤਿਹ ਹੋ ਜਾਵੇਗਾ। ਇਸ ਵਾਸਤੇ ਸਾਨੂੰ ਕਿਰਪਾਨ ਧਾਰੀ ਹੋਣ ਦੀ ਲੋੜ ਹੈ। ਸੋ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਨੇ, ਜਿਵੇਂ ਸਾਹਿਬ ਬਾਬਾ ਦੀਪ ਸਿੰਘ ਜੀ ਨੇ ਪਟਨੇ ਸਾਹਿਬ ਵਾਲੀ ਬੀੜ ਦੇ ਵਿੱਚ ਪਾਠ ਲਿਖਿਆ ਏ, ਉਹ ਇਨ ਬਿਨ ਉਸੇ ਤਰੀਕੇ ਦੇ ਨਾਲ ਹੀ ਪਾਠ ਤੇ ਉਹਦੇ ਅਰਥ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਵੀ ਪਾਠ ਹੈ, ਪਰ ਅੱਗੇ ਨਕਲਾਂ ਹੁੰਦੀਆਂ ਰਹੀਆਂ ਤੇ ਫਰਕ ਪੈ ਗਿਆ। ਸਰੋਤ ਉਹਨਾਂ ਨੇ ਵੀ ਇਹੀ ਮੰਨਿਆ, ਇਹ ਅਸਤੋਤਰ ਗੁਰਦਸ਼ਮੇਸ਼ੇ ਲਿਖਿਓ ਵੀਚ ਨਿਜ ਗ੍ਰੰਥ ਬਸੇਸੇ, ਅਬਚਲ ਨਗਰ ਸੋ ਪਟਨੇ ਪਿਖੇ। ਉਹ ਕਹਿੰਦੇ ਵੀ ਪਟਨੇ ਸਾਹਿਬ ਬੀੜ ਹੈ, ਅਬਚਲ ਨਗਰ ਕਰਕੇ ਲਿਖਿਆ ਪਟਨੇ ਸਾਹਿਬ ਨੂੰ, ਕਿਉਂਕਿ ਸੱਚਖੰਡ ਹਜੂਰ ਸਾਹਿਬ ਵੀ ਅਬਚਲ ਨਗਰ ਹੈ, ਤੇ ਜਿੱਥੇ ਸਾਹਿਬ ਜੀ ਦਾ ਅਵਤਾਰ ਹੋਇਆ ਉਹ ਵੀ ਅਬਚਲ ਨਗਰ ਹੀ ਹੈ। ਤੇ ਉੱਥੇ ਕਹਿੰਦੇ ਅਸਾਂ ਨੇ ਲਿਖਿਆ ਦੇਖਿਆ ਸੀ 1752 ਮੈਂ ਲਿਖੀ, ਉਹਦੇ ਵਿੱਚ ਲਿਖਿਆ ਸੀ ਵੀ ਇਹ 1752 ਫੱਗਣ ਦੇ ਮਹੀਨੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤਾ। ਆਮ ਇਹ ਸੁਭਟ ਨੇ ਪਿਖਿਓ ਪਾਠ ਹੋ ਗਿਆ ਏ, ਪਰ ਜਿਹੜਾ ਪੁਰਾਣਾ ਪੰਥ ਪ੍ਰਕਾਸ਼ ਹੈ ਉਹਦੇ ਵਿੱਚ ਅਬਚਲ ਨਗਰ ਸੋ ਪਟਨੇ ਪਿਖਿਓ। ਭਾਸ਼ਾ ਭਾਗ ਵਿੱਚ ਵੀ ਜਿਹੜਾ ਛਪਿਆ ਏ ਉਹਦੇ ਵਿੱਚ ਵੀ ਇੰਝ ਹੀ ਲਿਖਿਆ ਏ, ਤੇ ਗੁਰਦੁਆਰਾ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਜਿਹੜਾ ਖਰੜਾ ਏ ਉਹਦੇ ਵਿੱਚ ਵੀ ਇੰਝ ਹੀ ਲਿਖਿਆ ਏ। ਸੋ ਉਹਨਾਂ ਨੇ ਇਹ ਸਰੋਤ ਮੰਨਿਆ ਵੀ ਮੈਂ ਪਟਨੇ ਸਾਹਿਬ ਵਾਲੀ ਬੀੜ ਵਿੱਚ ਦੇਖਿਆ ਸੀ, ਤੇ ਯਤਨ ਕੀਤਾ ਗਿਆ ਵੀ ਜਿਵੇਂ ਇਨ ਬਿਨ ਉਹਦੇ ਵਿੱਚ ਅੱਖਰ ਨੇ, ਉਹੀ ਅੱਖਰ ਆਪ ਗੁਰੂ ਕੀ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਗਿਆ ਏ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਜੁਧ ਪ੍ਰਬੰਧ ਲਿਖੇ ਤੇ ਤਵ ਪ੍ਰਸਾਦ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿੱਥੇ ਯੁੱਧ ਪ੍ਰਬੰਧ ਲਿਖਿਆ ਹੈ ਨਾ ਜਰਾ ਸਿੰਧ ਦਾ, ਉੱਥੇ ਲਿਖਿਆ ਮਿਲਦਾ ਹੈ। ਇਹਦੇ ਗੁਰੂ ਖਾਲਸਾ ਜੀ ਵੱਖਰੇ ਨੰਬਰ ਲਿਖੇ ਹੋਏ ਨੇ, 11 ਨੰਬਰ, 11 ਵਾਰ ਹੀ ਇਹਦਾ ਪਾਠ ਕਰਨਾ ਹੈ, ਤੇ 11 ਹੀ ਇਹਦੇ ਪਦ ਨੇ। ਬਾਬਾ ਗਿਆਨਾ ਸਿੰਘ ਜੀ ਨੇ ਮਰਿਆਦਾ ਲਿਖੀ ਹੈ ਕਿ 11 ਵਾਰ ਇਹਦਾ ਪਾਠ ਕਰਨਾ ਵੀਰ ਆਸਨ ਹੋ ਕੇ। ਇਹਦੇ ਪਦ ਵੀ 11 ਹੀ ਲਿਖੇ ਹੋਏ ਨੇ, ਨੰਬਰ 11 ਹੀ ਹੈ ਇਹਦੀ, ਤੇ ਉੱਥੇ ਇਹਦੇ ਪਦ 11 ਵੱਖਰੇ ਲਿਖੇ ਹੋਏ ਨੇ। ਉੱਪਰ ਮੰਗਲਾਚਰਨ ਲਿਖਿਆ, ਅਥ ਜੁਧ ਪ੍ਰਬੰਧ ਲਿਖਿਆ ਤੇ ਤਵ ਪ੍ਰਸਾਦ। ਯਤਨ ਕਰਾਂਗੇ ਵੀਡੀਓ ਜਦੋਂ ਪਾਈ ਜਾਵੇਗੀ ਨਾ YouTube ਤੇ, ਉਹ ਜਿਹੜਾ ਪਟਨੇ ਸਾਹਿਬ ਵਾਲੀ ਬੀੜ ਦਾ ਪੇਜ ਹੈ, ਅੰਗ ਹੈ, ਉਹਦੀ ਫੋਟੋ ਕਰਕੇ ਤੇ ਨਾਲ ਲਾ ਦਿੱਤੀ ਜਾਵੇਗੀ। ਆਪ ਸਿੱਖ ਸੰਗਤਾਂ ਦਰਸ਼ਨ ਵੀ ਕਰ ਸਕਦੇ ਹੋ। ਇੱਕ ਓੰਕਾਰ ਸ੍ਰੀ ਭਗਉਤੀ ਜੀ ਸਹਾਇ। ਸਭ ਤੋਂ ਪਹਿਲਾਂ ਮੰਗਲਾਚਰਨ ਕਰਦੇ ਨੇ ਜੋ ਜਗਤ ਬਾਬੇ ਨੇ ਕੀਤਾ ਹੈ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਹੈ, ਸਜਾਤੀ ਵਿਜਾਤੀ ਸੁਗਤ ਭੇਦ ਤੋਂ ਰਹਿਤ ਹੈ, ਤੇ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓੰਕਾਰ ਕਹਿ ਕੇ ਵਾਹਿਗੁਰੂ ਨੇ ਸਾਰੀ ਦੁਨੀਆ ਪੈਦਾ ਕੀਤੀ। ਮੁਸਲਮਾਨ ਕਹਿੰਦੇ ਆ ਕੁਨ ਕਿਹਾ ਸੀ, ਤੇ ਹਿੰਦੂ ਕਹਿੰਦੇ ਆ ਓਮ ਕਿਹਾ ਸੀ, ਤੇ ਜਗਤ ਬਾਬਾ ਜੀ ਕਹਿੰਦੇ ਨਹੀਂ ਓੰਕਾਰ ਕਿਹਾ ਸੀ। ਇੱਕ ਓੰਕਾਰ। ਇਹ ਮੰਗਲਾਚਰਨ ਲਿਖ ਕੇ ਤੇ ਬਾਅਦ ਵਿੱਚ ਕਿਰਪਾਨ ਦੀ ਸਹਾਇਤਾ ਮੰਗਦੇ ਆ। ਭਗਉਤੀ ਨਾਮ ਕਿਰਪਾਨ ਦਾ ਹੈ। ਕਹਿੰਦੇ ਆ ਜਿਹੜੀ ਸ਼੍ਰੋਮਣੀ ਕਿਰਪਾਨ ਹੈ ਨਾ, ਇਹਦੀ ਅਸੀਂ ਸਹਾਇਤਾ ਮੰਗਦੇ ਹਾਂ, ਸਾਡੇ ਉੱਪਰ ਸਦਾ ਹੀ ਇਹਦੀ ਸਹਾਇਤਾ ਬਰਸੇ। ਜਾਂ ਸ੍ਰੀ ਭਗਉਤੀ ਜੀ ਆਪ ਜੀ ਤਿੰਨਾਂ ਕਾਲਾਂ ਵਿੱਚ ਸਾਡੀ ਸਹਾਇਤਾ ਕਰਿਓ, ਐਸੀ ਇਹ ਮੰਗ ਰੱਖਦੇ ਨੇ।
ਆਸ਼ੀਰਵਾਦ ਮੰਗਲ ਲਿਖਦੇ ਨੇ। ਭੁਜੰਗ ਪ੍ਰਿਆਤ ਛੰਦ। ਅੱਗੇ ਦਾ ਭੁਜੰਗ ਪ੍ਰਿਆਤ ਛੰਦ ਹੈ, ਇਹਦੀ ਚਾਲ ਹੈ ਭੁਜੰਗ ਦੀ, ਤੇ ਉਹ ਮਹਾਰਾਜ ਸਾਹਿਬ ਜੀ ਲਿਖਦੇ ਨੇ ਭੁਜੰਗ ਪ੍ਰਿਆਤ ਛੰਦ ਦੇ ਵਿੱਚ। ਸ੍ਰੀ ਸਾਹਿਬ ਜੀ ਕੀ ਉਸਤਤ ਪਾਤਸ਼ਾਹੀ ਦਸਵੀਂ। ਉਹ ਬੀੜ ਦੇ ਵਿੱਚ ਲਿਖਿਆ ਵੀ ਸ੍ਰੀ ਸਾਹਿਬ ਜੀ ਕੀ ਉਸਤਤ, ਉੱਥੇ ਪ੍ਰਤੱਖ ਲਿਖਿਆ ਵੀ ਆ ਕਿਰਪਾਨ ਦੀ ਉਸਤਤ। ਜਿਹੜੇ ਗੁਰੂ ਖਾਲਸਾ ਜੀ ਅੱਜ ਕੱਲ ਨਵਾਂ ਹੀ ਰਿਵਾਜ ਚੱਲ ਪਿਆ, ਉਹ ਕਹਿੰਦੇ ਜੀ ਅਸੀਂ ਇਹ ਅਰਦਾਸ ਨਹੀਂ ਕਰਨੀ ਪ੍ਰਥਮ ਭਗਉਤੀ ਸਿਮਰ ਕੇ, ਕਿਉਂਕਿ ਭਗਉਤੀ ਨਾਮ ਦੇਵੀ ਦਾ ਹੈ। ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਭਗਉਤੀ ਗੁਰੂ ਖਾਲਸਾ ਜੀ ਕਿਰਪਾਨ ਨੂੰ ਆਖਿਆ, ਕਿਉਂਕਿ ਦੋ ਤਰ੍ਹਾਂ ਦੇ ਸ਼ਬਦ ਨੇ, ਇੱਕ ਪੁਰਾਣਾ ਵਿੱਚ ਆਏ ਨੇ, ਇੱਕ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਆਏ ਨੇ। ਪਰਨ ਕਰਨ ਦੇ ਲਿਹਾਜ਼ ਨਾਲ ਵੱਖੋ ਵੱਖਰੇ ਅਰਥ ਨੇ, ਹਰ ਸ਼ਬਦ ਦੇ 40 ਅਰਥ ਨੇ, ਕਿਤੇ ਡੱਡੂ ਹੈ, ਕਿਤੇ ਸੱਪ ਹੈ, ਕਿਤੇ ਪਾਣੀ ਹੈ, ਪਰ ਕਰਨ ਦੇ ਲਿਹਾਜ਼ ਨਾਲ ਅਰਥ ਲੱਗਦੇ ਨੇ। ਮਹਾਰਾਜ ਨੇ ਚੰਡੀ ਵਿਧੀ ਵਾਰ ਵਿੱਚ ਵੀ ਕਿਹਾ ਲਈ ਭਗਉਤੀ ਦੁਰਗ ਸਾਹਿਬ, ਦੁਰਗਾ ਨੇ ਭਗਉਤੀ ਕਿਰਪਾਨ ਲਈ। ਤੇ ਇੱਥੇ ਦੇ ਮਹਾਰਾਜ ਸਾਹਿਬ ਨੇ ਸਿੱਧ ਹੀ ਕਰ ਦਿੱਤਾ ਨਾ ਵੀ ਕਿਹੜੀ ਭਗਉਤੀ ਦੀ ਸਹਾਇਤਾ ਮੰਗੀ, ਸ੍ਰੀ ਸਾਹਿਬ। ਹੁਣ ਦੱਸੋ ਵੀ ਸ੍ਰੀ ਸਾਹਿਬ ਕਿਹੜੀ ਤੁਹਾਡੀ ਮਾਂ ਦੁਰਗਾ ਏ? ਸ੍ਰੀ ਸਾਹਿਬ ਤੇ ਗੁਰੂ ਖਾਲਸਾ ਜੀ ਕਿਰਪਾਨ ਦਾ ਹੀ ਨਾਮ ਹੈ ਨਾ। ਸ੍ਰੀ ਸਾਹਿਬ ਕੀ ਉਸਤਤ, ਇਹ ਕਿਰਪਾਨ ਦੀ ਉਸਤਤ ਕੀਤੀ ਹੈ। ਪ੍ਰਥਮ ਭਗਉਤੀ ਸਿਮਰਕ ਹੈ। ਉੱਥੇ ਵੀ ਮਹਾਰਾਜ ਨੇ ਕਿਹਾ ਮੈਂ ਪਹਿਲਾਂ ਛਤਰੀ ਹਾਂ, ਛਤਰੀ ਹੋਣ ਦੇ ਨਾਂ ਤੇ ਪਹਿਲਾਂ ਮੈਂ ਕਿਰਪਾਨ ਨੂੰ ਮੱਥਾ ਟੇਕਦਾ ਹਾਂ, ਕਿਉਂਕਿ ਕਿਰਪਾਨ ਤੋਂ ਹੀ, ਖੰਡੇ ਤੋਂ ਹੀ ਸਾਰੀ ਸ੍ਰਿਸ਼ਟੀ ਰਚੀ ਗਈ ਹੈ। ਇਸ ਵਾਸਤੇ 10ਵੇਂ ਪਾਤਸ਼ਾਹ ਜੀ ਮੋਹਰ ਲਾ ਕਰਕੇ ਕਿਰਪਾ ਕਰਦੇ ਨੇ। ਨਮੋ ਸ੍ਰੀ ਭਗਉਤੀ ਵਡੈਲੀ ਸਰੋਹੀ। ਵਡਾਲੀ ਨਾਮ ਹੁੰਦਾ ਏ ਕੱਟਣ ਵਾਲੀ, ਤੇ ਭਗਉਤੀ ਕਹਿੰਦੇ ਨੇ ਕਿਰਪਾਨ ਨੂੰ, ਜੋ ਸਾਰਿਆਂ ਦੀ ਸ੍ਰੀ ਕਹੀਏ ਸ਼੍ਰੋਮਣੀ ਹੈ, ਉਹਨੂੰ ਮੈਂ ਨਮਸਕਾਰ ਕਰਦਾ। ਮਹਾਰਾਜ ਕਲਗੀਧਰ ਜੀ ਕਹਿੰਦੇ ਆ। ਤੇ ਸਰੋਹੀ ਗੁਰੂ ਖਾਲਸਾ ਜੀ ਰਾਜਸਥਾਨ ਦੇ ਵਿੱਚ ਇੱਕ ਸਰੋਹ ਨਗਰ ਹੈ, ਸਰੋਹ ਸ਼ਹਿਰ ਹੈ, ਤੇ ਉੱਥੋਂ ਦੀ ਕਿਰਪਾਨ ਬਣਦੀ, ਉਹਨੂੰ ਸਰੋਹੀ ਕਹਿੰਦੇ ਹੈ। 1425 ਦੇ ਵਿੱਚ ਰਾਜੇ ਸੈਨਪਾਲ ਨੇ ਇਹ ਸ਼ਹਿਰ ਵਸਾਇਆ ਸੀ, ਤੇ ਇੱਥੋਂ ਦੀ ਕਿਰਪਾਨ ਹੁੰਦੀ ਹੈ ਸਰੋਹੀ। ਇਹ ਬੜੀ ਤਿੱਖੀ ਹੁੰਦੀ ਹੈ, ਇਹ ਫੁਲਾਦੀ ਤੇ ਸਕੇਲੇ ਦੀ ਹੁੰਦੀ ਹੈ, ਜਾਂ ਫੁਲਾਦ ਦੀ ਜਾਂ ਸਕੇਲੇ ਦੀ। ਮਹਾਨ ਕੋਸ਼ ਵਿੱਚ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਦੋ ਫੁਲਾਦਾਂ ਨੂੰ ਜੋੜ ਕੇ ਤੇ ਵਿੱਚ ਕੱਚਾ ਲੋਹਾ ਰੱਖਦੇ ਤਾਂ ਇਹ ਟੁੱਟੇ ਨਾ, ਜਾਂ ਦੋ ਸਕੇਲੇ ਜੋੜਦੇ ਨੇ ਵਿੱਚ ਕੱਚਾ ਲੋਹਾ ਰੱਖ ਕੇ ਬਣਾਉਂਦੇ ਨੇ, ਇਹ ਟੁੱਟਦੀ ਨਹੀਂ ਹੈ। ਇਹਨੂੰ ਸਰੋਹੀ ਕਹਿੰਦੇ ਨੇ। ਤੂੰ ਸਾਹਿਬ ਜੀ ਕਹਿੰਦੇ ਨੇ ਇਹ ਕਿਰਪਾਨ ਤੂੰ ਸਰੋਹੀ ਰੂਪ ਹੈ, ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਅਹੂ ਲਾਉਣ ਵਾਲੀ ਹੈ, ਲੋਹੇ ਨੂੰ ਕੱਟ ਦਿੰਨੀ ਹੈ। ਐਸੀ ਕਿਰਪਾਨ ਤੈਨੂੰ ਨਮਸਕਾਰ ਹੋਵੇ। ਕਰੈ ਏਕ ਤੇ ਦਵੈ ਸੁਭਟ ਹਾਥ ਸੋਹੀ। ਹਾਂ, ਇੱਕ ਤੋਂ ਤੂੰ ਦੋ ਕਰ ਦਿੰਨੀ ਹੈ, ਤੇ ਸੂਰਮਿਆਂ ਦੇ ਹੱਥ ਦੇ ਵਿੱਚ ਤੂੰ ਸੋਹੀ ਮੈਨੇ ਫੱਬਦੀ ਹੈ। ਜਿੱਥੇ ਤੇਰਾ ਵਾਰ ਹੁੰਦਾ ਏ, ਇੱਕ ਦੇ ਦੋ ਟੁਕੜੇ ਕਰ ਦਿੰਨੀ ਹੈ ਤੂੰ ਝੱਟ ਪੱਟ ਦੇ ਵਿੱਚ ਹੀ। ਤੇ ਸੂਰਮਿਆਂ ਦੇ ਹੱਥ ਦੇ ਵਿੱਚ ਸੋਹੀ ਨਾਮ ਫੱਬਣ ਦਾ ਏ, ਸੂਰਮਿਆਂ ਦੇ ਹੱਥ ਵਿੱਚ ਤੂੰ ਫੱਬਦੀ ਹੈ। ਮਹਾਲੋਹ ਕੀ ਪੁੱਤਰਕਾ ਝਲਹਿ ਲੰਤੀ। ਹਾਂ, ਮਹਾਲੋਹ ਕੀ ਪੁੱਤਰਕਾ ਝਲ ਹਲੰਤੀ। ਮਹਾਲੋਹ ਕਹਿੰਦੇ ਨੇ ਸਰਬਲੋਹ ਨੂੰ, ਤੂੰ ਸਰਬਲੋਹੇ ਦੀ ਪੁੱਤਰੀ ਹੈ। ਸਰਬਲੋਹ ਇੱਕ ਅਵਤਾਰ ਹੈ ਜਿਹਦੀ ਕਥਾ ਮਹਾਰਾਜ ਕਲਗੀਧਰ ਨੇ ਸਰਬਲੋਹ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ। ਉਹ ਸਾਰਾ ਹੀ ਗੁਰੂ ਖਾਲਸਾ ਜੀ ਲੋਹੇ ਦਾ ਸੀ ਤੇ ਕਾਲ ਪੁਰਖ ਦਾ ਅਵਤਾਰ ਸੀ। ਤੇ ਸਾਹਿਬ ਜੀ ਕਹਿੰਦੇ ਕਿਰਪਾਨ ਨੂੰ ਵੀ ਤੂੰ ਉਹਦੀ ਪੁੱਤਰੀ ਹੈ, ਉਹਦੀ ਸ਼ਕਤੀ ਹੈ, ਉਹਦੀ ਪੁੱਤਰੀ ਹੈ ਤੂੰ। ਤੇ ਝਲ ਹਲਾਂਤੀ ਤੂੰ ਝਿਲਮਲ ਝਿਲਮਲ ਕਰਦੀ ਹੈ। ਮਹਾਲੋਹ ਮਹਾਕਾਲ ਦਾ ਨਾਮ ਵੀ ਹੈ। ਤੂੰ ਮਹਾਕਾਲ ਦੀ ਪੁੱਤਰਕਾ ਪੁੱਤਰੀ ਹੈ, ਤੇ ਜੰਗ ਦੇ ਮੈਦਾਨ ਵਿੱਚ ਝਿਲਮਲ ਝਿਲਮਲ ਕਰਕੇ ਤੂੰ ਚਮਕਦੀ ਹੈ। ਨਮੋ ਜੋਗ ਜਵਾਲਾ ਮੁਖੀ ਜਿਉ ਬਲੰਤੀ। ਹਾਂ, ਤੂੰ ਨਮਸਕਾਰ ਕਰਨ ਦੇ ਯੋਗ ਹੈ। ਮੈਂ ਤੇਰੇ ਤਾਈਂ ਨਮਸਕਾਰ ਕਰਦਾ। ਯੋਗਦਾਰ ਹੁੰਦਾ ਏ ਤਾਈਂ, ਮੈਂ ਤੇਰੇ ਤਾਈਂ ਨਮਸਕਾਰ ਕਰਦਾ ਹੈ। ਕਿਉਂ ਨਮਸਕਾਰਾ ਕਰਦਾ ਹੈ? ਕਿਉਂਕਿ ਜਵਾਲਾਮੁਖੀ ਰੂਪ ਹੋ ਕੇ ਵੀ ਤੂੰ ਹੀ ਸਮੁੰਦਰਾਂ ਦੇ ਵਿੱਚੋਂ ਉਛਲਦੀ ਹੈ। ਜਦੋਂ ਸਮੁੰਦਰਾਂ ਦੇ ਵਿੱਚ ਗੁਰੂ ਖਾਲਸਾ ਜੀ ਜ਼ਿਆਦੀ ਗਰਮੀ ਹੋ ਜਾਂਦੀ ਹੈ ਤੇ ਉਹਦੇ ਵਿੱਚੋਂ ਫਿਰ ਅੱਗ ਦੀ ਲਾਟ ਨਿਕਲਦੀ ਹੈ, ਉਹਨੂੰ ਕਹਿੰਦੇ ਜਵਾਲਾਮੁਖੀ ਫੁੱਟ ਗਿਆ ਹੈ। ਕਹਿੰਦੇ ਤੂੰ ਜਵਾਲਾਮੁਖੀ ਰੂਪ ਹੈ। ਜਿੱਦਾਂ ਜਵਾਲਾਮੁਖੀ ਬਲਦਾ ਏ ਨਾ, ਬਲੰਤੀ ਮੈਨੇ ਬਲਦਾ ਏ,
ਉੱਚੀ ਲਾਟ ਨਿਕਲਦੀ ਹੈ ਸਮੁੰਦਰਾਂ ਵਿੱਚੋਂ, ਏਦਾਂ ਤੂੰ ਜੰਗ ਦੇ ਮੈਦਾਨ ਦੇ ਵਿੱਚ ਚਮਕਦੀ ਹੈ। ਏਦਾਂ ਤੂੰ ਉੱਚੀ ਸੂਰਮਿਆਂ ਦੇ ਹੱਥ ਵਿੱਚ ਬਲਦੀ ਹੈ। ਜਿਵੇਂ ਜਵਾਲਾਮੁਖੀ ਬਲਦੀ ਹੁੰਦੀ, ਏਦਾਂ ਤੂੰ ਝਿਲਮਲ ਝਿਲਮਲ ਕਰਦੀ ਹੈ। ਇਸ ਕਰਕੇ ਤੂੰ ਨਮਸਕਾਰ ਕਰਨ ਦੇ ਯੋਗ ਹੈ, ਜਾਂ ਯੋਗ ਮੈਨੇ ਤਾਂ ਹੀ ਮੈਂ ਤੇਰੇ ਤਾਂ ਹੀ ਨਮਸਕਾਰ ਕਰਦਾ ਹਾਂ। ਰਹਾਉ ਟਿਕਾਓ ਦੇ ਕਰਕੇ ਸਾਹਿਬ ਜੀ ਕਿਰਪਾ ਕਰਦੇ ਨੇ। ਮਹਾਪਾਨ ਕੀ ਭਾਨ ਗੰਗਾ ਤਰੰਗੀ। ਮਹਾਪਾਨਦਾਰ ਸੁੰਦਾ ਏ ਵੱਡੇ ਸੂਰਮਿਆਂ ਦੇ ਹੱਥ। ਕਈ ਗੁਰੂ ਖਾਲਸਾ ਜੀ ਇਹੋ ਜਿਹੇ ਹੱਥ ਹੁੰਦੇ ਨੇ ਜਿੱਥੇ ਪੈ ਜਾਣ ਫਿਰ ਮੋਰਚਾ ਫਤਿਹ ਕਰਕੇ ਹੀ ਪਿਛਾਂ ਹੁੰਦੇ ਨੇ। ਸੂਰਮਿਆਂ ਦੀ ਕਹਾਵਤ ਹੈ ਵੀ ਮੇਰਾ ਹੱਥ ਜਿੱਥੇ ਪੈ ਗਿਆ ਨਾ ਖਾਲੀ ਨਹੀਂ ਆਉਂਦਾ। ਉਹਨੂੰ ਕਹਿੰਦੇ ਮਹਾਪਾਨ। ਜਿਹੜੇ ਸੂਰਮਿਆਂ ਦੇ ਹੱਥ ਨੇ ਉਹਨਾਂ ਦੇ ਵਿੱਚ ਤੂੰ ਭਾਨ ਕਹੀਏ ਸੂਰਜ ਵਾਂਗ ਚਮਕਦੀ ਹੈ। ਤੇ ਗੰਗਾ ਤਰੰਗੀ, ਜਿਵੇਂ ਗੰਗਾ ਦੀਆਂ ਤਰੰਗਾਂ ਨਿਰਮਲ ਨੇ ਏਦਾਂ ਤੂੰ ਨਿਰਮਲ ਹੈ। ਜਾਂ ਜਿਵੇਂ ਗੰਗਾ ਦੀਆਂ ਤਰੰਗਾਂ ਉਛਲਦੀਆਂ ਨੇ ਨਾ, ਏਦਾਂ ਤੂੰ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਦੇ ਉੱਪਰ ਉਛਲਦੀ ਐ। ਫਿਰੈ ਸਮੋਹੇ ਮੋਖ ਦਾਤੀ ਅਭੰਗੀ। ਫਿਰੈ ਸਾਮ ਹੋਏ, ਜਿਹੜਾ ਤੇਰਾ ਸਾਹਮਣੇ ਆ ਕੇ ਭਿੜਦਾ ਏ ਨਾ, ਉਹਨੂੰ ਤੂੰ ਮੁਕਤੀ ਦਾ ਦਾਨ ਦਿੰਨੀ ਐ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਕਿਰਪਾਨ ਦੇ ਹੱਥੋਂ ਮਰ ਜਾਂਦਾ, ਮਹਾਰਾਜ ਕਹਿੰਦੇ ਉਹ ਮੁਕਤ ਹੋ ਜਾਂਦਾ ਹੈ। ਇਹ ਅਭੰਗੀ, ਨਾਸ਼ ਨਾ ਹੋਣ ਵਾਲੀ, ਹੇ ਕਿਰਪਾਨ, ਹੇ ਵਾਹਿਗੁਰੂ ਦੀ ਭਗਉਤੀ ਸ਼ਕਤੀ, ਜਿਹੜਾ ਤੇਰੇ ਸਾਹਮਣੇ ਆ ਕਰਕੇ ਭਿੜਦਾ ਏ, ਉਹਨੂੰ ਤੂੰ ਮੁਕਤੀ ਦਾ ਦਾਨ ਦਿੰਨੀ ਐ। ਨਮੋ ਤੇਗ ਤਰਵਾਰ ਸ੍ਰੀ ਖਗ ਖੰਡਾ। ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਤੇਗ ਰੂਪ ਵੀ ਐ, ਤੈਨੂੰ ਮੈਂ ਨਮਸਕਾਰ ਕਰਦਾ ਹੈ। ਤੂੰ ਤਰਵਾਰ ਰੂਪ ਵੀ ਹੈ। ਖੱਗ ਨਾਮ ਖੰਡੇ ਦਾ ਹੀ ਹੈ, ਤੇ ਖੰਡਾ ਅੱਗੇ ਮਹਾਰਾਜ ਨੇ ਲਿਖੀ ਦਿੱਤਾ ਹੈ। ਤੂੰ ਸ਼੍ਰੋਮਣੀ ਖੰਡਾ ਰੂਪ ਹੈ, ਕਿਉਂਕਿ ਗੁਰੂ ਖਾਲਸਾ ਜੀ ਸ਼ਸਤਰਾਂ ਦਾ ਰਾਜਾ ਖੰਡੇ ਨੂੰ ਕਿਹਾ ਹੈ। ਇਸ ਸ਼ਸਤਰਾਂ ਦੀ ਰਾਣੀ ਕੌਣ ਹੈ? ਉਹ ਕਿਰਪਾਨ। ਖੰਡਾ ਤੇ ਕਿਰਪਾਨ ਦੋ ਹੀ ਚੀਜ਼ਾਂ ਮਹਾਰਾਜ ਨੇ ਦਿੱਤੀਆਂ ਨਾ ਖਾਲਸੇ ਨੂੰ। ਕਿਰਪਾਨ ਗਾਤਰੇ ਪਵਾਈ ਹੈ, ਸ਼ਸਤਰਾਂ ਦੀ ਰਾਣੀ ਹੈ। ਤੇ ਖੰਡੇ ਤੋਂ ਖਾਲਸੇ ਦੀ ਸਿਰਜਣਾ ਕੀਤੀ। ਇਹ ਸ਼ਸਤਰ ਰਾਜ ਹੈ, ਸ਼ਸਤਰਾਂ ਦਾ ਰਾਜਾ ਹੈ। ਜਿਵੇਂ ਪੰਛੀਆਂ ਦਾ ਰਾਜਾ ਹੰਸ ਹੈ ਜਾਂ ਗਰੜ ਹੈ, ਫੁੱਲਾਂ ਦਾ ਰਾਜਾ ਕਮਲ ਹੈ, ਏਦਾਂ ਹੀ ਸ਼ਸਤਰਾਂ ਦਾ ਰਾਜਾ ਖੰਡਾ ਏ। ਮਹਾਰੁਦਰ ਰੂਪਾ ਬੇਰੂਪਾ ਪ੍ਰਚੰਡਾ। ਮਹਾਰੁਦਰ, ਜੰਗ ਦੇ ਮੈਦਾਨ ਦੇ ਵਿੱਚ ਤੂੰ ਮਹਾਰੁਦਰ ਰੂਪ ਹੈ। ਮਹਾਰੁਦਰ ਗੁਰੂ ਖਾਲਸਾ ਜੀ ਮਹਾਂਕਾਲ ਦਾ ਨਾਮ ਵੀ ਲਿਖਦੇ ਨੇ। ਤੇ ਰੁਦਰਦਾਰ ਹੁੰਦਾ ਏ ਭਿਆਨਕ, ਜਿਹੜਾ ਬਹੁਤਾ ਭਿਆਨਕ ਹੋਵੇ। ਮੌਤ ਬੜੀ ਭਿਆਨਕ ਹੈ। ਕਹਿੰਦੇ ਜਮਦੂਤ ਨਹੀਂ ਦਿਸਦੇ। ਜੇ ਗੁਰੂ ਖਾਲਸਾ ਜੀ ਜਮਦੂਤ ਦਿਸ ਪੈਣ, ਕਈ ਦਿਨ ਬੁਖਾਰ ਨਹੀਂ ਲੱਥਦਾ, ਕੌਮਾਂ ਦੇ ਵਿੱਚ ਪਿਆ ਰਹਿੰਦਾ ਬੰਦਾ। ਇੰਨੇ ਉਹ ਭਿਅੰਕਰ ਨੇ ਜਮਦੂਤ, ਮੌਤ ਦਾ ਖੌਫ ਜਾਂਦਾ ਹੀ ਨਹੀਂ। ਮਹਾਰੁਦਰ ਦਾ ਅਰਥ ਹੈ ਧਰਮ ਰਾਜਾ। ਤੂੰ ਧਰਮ ਰਾਜੇ ਦਾ ਹੀ ਰੂਪ ਹੈ। ਤੇ ਧਰਮ ਰਾਜੇ ਦੀ ਘਰਵਾਲੀ ਦਾ ਨਾਮ ਹੈ ਬਿਰੂਪਾ। ਹੇ ਕਿਰਪਾਨ ਹੈ, ਤੂੰ ਬਿਰੂਪਾ ਰੂਪ ਹੈ। ਤੇ ਹੇ ਖੰਡੇ, ਤੂੰ ਜੰਗ ਦੇ ਮੈਦਾਨ ਵਿੱਚ ਧਰਮ ਰਾਜੇ ਦਾ ਰੂਪ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧਰਮ ਰਾਜਾ ਸੰਘਾਰ ਕਰਦਾ ਹੈ। ਤੂੰ ਕਹਿੰਦੇ ਹੇ ਖੰਡੇ, ਤੂੰ ਜੰਗ ਦੇ ਮੈਦਾਨ ਵਿੱਚ ਮਹਾਰੁਦਰ ਰੂਪਾ। ਮਹਾਰੁਦਰ ਮੈਨੇ ਧਰਮ ਰਾਜੇ ਦਾ ਰੂਪ ਹੈ। ਤੇ ਹੇ ਕਿਰਪਾਨ, ਤਿੱਖੇ ਪ੍ਰਚੰਡ, ਤਿੱਖੇ ਪ੍ਰਤਾਪ ਵਾਲੀ, ਤੂੰ ਜੰਗ ਦੇ ਮੈਦਾਨ ਵਿੱਚ ਧਰਮ ਰਾਜੇ ਦੀ ਪੁੱਤਰੀ ਰੂਪ ਹੈ, ਧਰਮ ਰਾਜੇ ਦੀ ਘਰਵਾਲੀ ਰੂਪ ਹੈ। ਮਹਾ ਤੇਜ ਧਾਰਾ ਦੋ ਖੰਡਾ ਦੋ ਧਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਭਗਵਤੀ, ਤੇਰੀ ਬਹੁਤੀ ਤਿੱਖੀ ਧਾਰ ਹੈ ਦੋਨਾਂ ਪਾਸਿਆਂ, ਤੇ ਦੋ ਖੰਡਾ, ਦੋ ਟੁਕੜੇ ਕਰ ਦਿੰਨਾ ਹੈ। ਖੰਡਾ ਰੂਪ ਹੋ ਕਰਕੇ ਹੇ ਕਿਰਪਾਨ ਤੂੰ ਦੋ ਟੁਕੜੇ ਕਰਦੀ ਹੈ, ਤੇ ਤੇਰੀਆਂ ਦੋ ਧਾਰਾਂ ਨੇ ਤਿੱਖੀਆਂ। ਮਹਾ ਸਤਰ ਬਨ ਕੋ ਮਹਾ ਭੀਮ ਆਰਾ। ਮਹਾਰਾਜ ਇੱਥੇ ਅਲੰਕਾਰ ਵਰਤਦੇ ਨੇ। ਕਹਿੰਦੇ ਨੇ ਜਿਹੜੇ ਵੈਰੀ ਨੇ ਉਹ ਬਹੁਤੇ, ਜਾਣੋ ਵੀ ਵੈਰੀਆਂ ਦਾ ਜੰਗਲ ਹੈ। ਜਿੱਥੇ ਬਹੁਤਾ ਵੈਰੀਆਂ ਦਾ ਜੰਗਲ ਹੋਵੇ ਨਾ, ਤੇ ਉੱਥੇ ਕਿਰਪਾਨ ਤੂੰ ਬਹੁਤੀ ਡਰਾਉਣੀ ਆਰੇ ਦਾ ਰੂਪ ਧਾਰਨ ਕਰ ਲੈਨੀ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਜੇ ਵੈਰੀ ਜੰਗਲ ਰੂਪ ਨੇ, ਤੇ ਕਿਰਪਾਨ ਤੂੰ ਆਰੇ ਦਾ ਰੂਪ ਧਾਰਨ ਕਰ ਲੈਨੀ ਹੈ। ਮਹਾਕਾਲ ਕੀ ਕਾਲਿਕਾ ਕਾਲ ਕ੍ਰੁਦੰ। ਹਾਂ, ਤੂੰ ਮਹਾਕਾਲ ਦੀ ਸੰਘਾਰ ਕਰਨ ਵਾਲੀ ਸ਼ਕਤੀ ਹੈ। ਇੱਕ ਮਹਾਕਾਲ ਹੈ, ਇੱਕ ਕਾਲਕਾ ਹੈ। ਮਹਾਕਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਤੇ ਕਾਲਕਾ ਉਹਦੀ ਸ਼ਕਤੀ ਦਾ ਨਾਮ ਹੈ।
ਭਾਵੇਂ ਪਾਠ ਕਰਦੇ ਨੇ ਮਹਾਕਾਲ ਕਾਲ ਕਾ ਆਰਾਧੀ, ਇਹੀ ਪਾਠ ਸੰਪਰਦਾਵਾਂ ਚ ਹੁੰਦਾ ਹੈ। ਪਰ ਜੇ ਪਾਠ ਕਰ ਲਿਆ ਜਾਵੇ ਨਾ ਮਹਾਕਾਲ ਕਾਲਿਕਾ ਆਰਾਧੀ, ਅਰਥ ਨਹੀਂ ਗਲਤ ਹੋਵੇਗਾ। ਮਹਾਕਾਲ ਸ਼ਕਤਾ ਵਾਹਿਗੁਰੂ ਤੇ ਕਾਲਕਾ ਉਹਦੀ ਸ਼ਕਤੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਿਹਨੂੰ ਕਿਸੇ ਨੇ ਮਾਇਆ ਕਿਹਾ ਏ। ਤੇ ਬਾਬਾ ਸੁੱਖਾ ਸਿੰਘ ਜੀ ਕਹਿੰਦੇ ਮੈਂ ਤੇ ਕਿਰਪਾਨ ਨੂੰ ਹੀ ਕਾਲਕਾ ਜਾਣਿਆ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ੁਰੂ ਚ ਲਿਖਿਆ ਹੈ। ਉਹ ਕਹਿੰਦੇ ਆ ਕਿਰਪਾਨ ਨੂੰ ਹੀ ਮੈਂ ਕਾਲਕਾ ਜਾਣਿਆ, ਤੇ ਕਿਰਪਾਨ ਹੀ ਕਾਲਕਾ। ਜਿਹੜਾ ਮਹਾਰਾਜ ਨੇ ਕਿਹਾ ਨਾ ਵੀ ਮੈਂ ਮਹਾਕਾਲ ਤੇ ਕਾਲਕਾ ਨੂੰ ਆਰਾਧਿਆ। ਮਹਾਰਾਜ ਇੱਕ ਛਤਰੀ ਸੀ, ਇੱਕ ਛਤਰੀ ਗੁਰੂ ਖਾਲਸਾ ਜੀ ਮਹਾਕਾਲ ਨੂੰ ਮੰਨਦੇ ਨੇ ਤੇ ਕਾਲਕਾ ਨੂੰ ਮੰਨਦੇ ਨੇ। ਕਾਲਕਾ ਕਿਰਪਾਨ ਹੈ ਤੇ ਮਹਾਕਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਉੱਥੇ ਕੋਈ ਦੇਵੀ ਦਾ ਨਾਮ ਨਹੀਂ ਹੈ। ਕਾਲਕਾ ਦਾ ਅਰਥ ਹੈ ਕਿਰਪਾਨ। ਆ ਭਗਉਤੀ ਸਤੋਤਰ ਦੇ ਵਿੱਚ ਮਹਾਰਾਜ ਸਾਹਿਬ ਜੀ ਪਦ ਪੂਰਾ ਕਰ ਰਹੇ ਨੇ, ਵਿਆਖਿਆ ਕਰ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਤੂੰ ਮਹਾਕਾਲ ਦੀ ਕਾਲਕਾ ਹੈ, ਸਾਰਿਆਂ ਦਾ ਕਾਲ ਕਰਨ ਵਾਲੀ। ਤੇ ਜੰਗ ਦੇ ਮੈਦਾਨ ਵਿੱਚ ਜਿਹੜਾ ਤੇਰਾ ਗੁੱਸਾ ਹੈ ਨਾ, ਉਹ ਮੌਤ ਵਰਗਾ ਹੈ। ਜਿੱਦਾਂ ਮੌਤ ਨੂੰ ਗੁੱਸਾ ਆਉਂਦਾ ਹੈ ਤੇ ਉਹ ਸੰਘਾਰ ਕਰ ਦਿੰਦੀ ਹੈ। ਕਾਲ ਕ੍ਰੋਧੰ, ਤੇਰਾ ਗੁੱਸਾ ਕੈਸਾ ਹੈ ਜੰਗ ਦੇ ਮੈਦਾਨ ਵਿੱਚ, ਜੈਸਾ ਸ਼ਿਵ ਦਾ ਗੁੱਸਾ ਹੈ। ਜਦੋਂ ਸ਼ਿਵ ਜੀ ਨੂੰ ਗੁੱਸਾ ਆ ਜਾਵੇ, ਕਹਿੰਦੇ ਉਹ ਆਪਣੇ ਹੱਥ ਵਿੱਚ ਤਰਸ਼ੂਲ ਲੈ ਕਰਕੇ ਨੱਚਦਾ ਏ ਤੇ ਫਿਰ ਉਹ ਸੰਘਾਰ ਕਰ ਦਿੰਦਾ ਏ, ਸਾਰੀ ਦੁਨੀਆ ਦਾ ਪਰਲੇ ਲੈ ਆਉਂਦਾ ਏ। ਮਹਾਬਿਗ੍ਰਹੀ ਬੁੱਧ ਕੀ ਸਿੱਧ ਉਰਦੰ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿੱਥੇ ਬਹੁਤਾ ਬਿਗਰਹੀ ਜੰਗ ਪੈਂਦਾ ਏ ਨਾ, ਤੇ ਉੱਥੇ ਜਿਹੜੀ ਸੂਰਮਿਆਂ ਦੀ ਬੁੱਧੀ ਹੁੰਦੀ ਹੈ, ਸਿੱਧ ਦਾ ਅਰਥ ਹੁੰਦਾ ਏ ਫਤਿਹ ਵਾਲੀ। ਸੂਰਮਿਆਂ ਦੀ ਬੁੱਧੀ ਵਿੱਚ ਇਹ ਗੱਲ ਚੱਲਦੀ ਵੀ ਅਸਾਂ ਨੇ ਜੰਗ ਫਤਿਹ ਕਰ ਲੈਣਾ ਹੈ। ਤੇ ਤਲਵਾਰ ਤੂੰ ਫਿਰ ਉਹ ਸੂਰਮਿਆਂ ਦੀ ਐਸੀ ਬੁੱਧੀ ਨੂੰ, ਐਸੀ ਬੁੱਧੀ ਦੇ ਵਿੱਚ ਵਿਚਾਰਧਾਰਾ ਨੂੰ ਉਰਦ ਕਹੀਏ ਉੱਚੀਆਂ ਕਰ ਦਿੰਦੀ ਹੈ। ਉਰਦੰਗ ਮੈਨੇ ਉੱਚੀਆਂ। ਸੂਰਮਿਆਂ ਦੇ ਮਨ ਵਿੱਚ ਜਿਹੜੀ ਵਿਚਾਰ ਚੱਲਦੀ ਹੈ, ਬੁੱਧ ਕੀ ਸਿੱਧ, ਉਹਨਾਂ ਦੇ ਮਨ ਵਿੱਚ ਵਿਚਾਰ ਚੱਲਦੀ ਵੀ ਅਸਾਂ ਨੇ ਜੰਗ ਜਿੱਤ ਲੈਣਾ ਹੈ। ਤੇ ਉਹ ਸੂਰਮਿਆਂ ਦੇ ਹੱਥ ਵਿੱਚ ਜਾ ਕੇ ਸ਼ੁਭਾਇਮਾਨ ਹੁੰਨੀ ਹੈ। ਤੇ ਸੂਰਮਿਆਂ ਦੀ ਐਸੀ ਵਿਚਾਰਧਾਰਾ ਨੂੰ ਉਰਦੰਗ ਮੈਨੇ ਉੱਚੀਆਂ ਕਰ ਦਿੰਨੀ ਹੈ। ਮਹਾਪਾਤਨੀ ਤੂੰ ਪ੍ਰਲੈ ਕਾਲ ਕਰਤੀ। ਹਾਂ, ਮਹਾਪਾਤਨੀ ਤੂੰ ਭਾਰੀ ਵਿਨਾਸ਼ ਕਰਦੀ ਹੈ, ਇੱਥੋਂ ਤੱਕ ਕਿ ਪਰਲੇ ਵੀ ਤੂੰ ਹੀ ਕਰਦੀ ਹੈ। ਮਹਾ ਅਤਰ ਤੂੰ ਹੀ ਮਹਾ ਸਤਰ ਹਰਤੀ। ਤੂੰ ਬਹੁਤਾ ਵੱਡਾ ਅਸਤਰ ਹੈ, ਬਹੁਤਾ ਵੱਡਾ ਸ਼ਸਤਰ ਹੈ, ਤੇ ਬਹੁਤੇ ਵੱਡੇ ਵੈਰੀਆਂ ਨੂੰ ਤੂੰ ਹੀ ਮਾਰਦੀ ਹੈ ਜੰਗ ਦੇ ਮੈਦਾਨ ਵਿੱਚ। ਤੈਨੂੰ ਮਹਾ ਅਸਤਰ ਕਹਿੰਦੇ ਨੇ ਕਿਉਂਕਿ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਵੈਰੀਆਂ ਨੂੰ ਤੂੰ ਮਾਰਦੀ ਹੈ। ਮਹਾਕਾਟ ਕੀ ਲਾਟ ਵਿਕਰਾਲ ਭੀਮੰ। ਇੱਥੇ ਕਈ ਮਹਾਕਾਲ ਪੜਦੇ, ਪਰ ਉਹ ਪਟਨੇ ਸਾਹਿਬ ਵਾਲੀ ਬੀੜ ਵਿੱਚ ਇੱਥੇ ਲਿਖਿਆ ਮਹਾਕਾਟ। ਕਾਟ ਦਾ ਅਰਥ ਹੁੰਦਾ ਏ ਗਹਿਰਾ, ਡੂੰਘਾ। ਡੂੰਘਾ ਕੌਣ ਹੁੰਦਾ ਏ? ਸਮੁੰਦਰ। ਸਮੁੰਦਰ ਸਾਰਿਆਂ ਤੋਂ ਡੂੰਘਾ ਹੈ। ਗੁਰੂ ਖਾਲਸਾ ਜੀ ਜਿਹੜੇ ਸਮੁੰਦਰਾਂ ਦੇ ਉੱਪਰ ਜਹਾਜ਼ ਚੱਲਦੇ ਹਨ, ਉਹਨਾਂ ਵਿੱਚ ਮੀਟਰ ਲੱਗੇ ਹੁੰਦੇ ਨੇ ਵੀ ਸਮੁੰਦਰ ਇੱਥੋਂ ਇੰਨਾ ਡੂੰਘਾ ਏ, ਇੱਥੋਂ ਇੰਨਾ ਡੂੰਘਾ ਏ। ਕਈ ਥਾਵਾਂ ਤੇ ਜਾ ਕੇ ਮੀਟਰ ਵੀ ਜਵਾਬ ਦੇ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਸਮੁੰਦਰ ਕਿੰਨਾ ਕੁ ਡੂੰਘਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਕਾਟ ਮੈਨੇ ਬਹੁਤਾ ਡੂੰਘਾ। ਜਿੱਥੇ ਬਹੁਤਾ ਡੂੰਘਾ ਸਮੁੰਦਰ ਹੋਵੇ ਨਾ, ਉੱਥੋਂ ਗੁਰੂ ਖਾਲਸਾ ਜੀ ਜਵਾਲਾਮੁਖੀ ਦੀ ਲਾਟ ਫੁੱਟਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਕਹਿੰਦੇ ਆ ਵੀ ਸਮੁੰਦਰ ਦੇ ਵਿੱਚ ਤੂੰ ਜਵਾਲਾਮੁਖੀ ਲਾਟ, ਜਿਵੇਂ ਸਮੁੰਦਰ ਦੇ ਵਿੱਚੋਂ ਜਵਾਲਾਮੁਖੀ ਲਾਟ ਨਿਕਲਦੀ ਹੈ ਨਾ, ਉਹ ਬੜੀ ਡਰਾਉਣੀ ਹੁੰਦੀ ਹੈ। ਇਸੇ ਤਰ੍ਹਾਂ ਤੂੰ ਜੰਗ ਦੇ ਮੈਦਾਨ ਦੇ ਵਿੱਚ ਬਹੁਤੀ ਡਰਾਉਣੀ ਹੈ। ਬਹੀ ਤਛ ਮੁਛੰ ਕਰੈ ਸਤਰ ਕੀਮੰ। ਜੰਗ ਦੇ ਮੈਦਾਨ ਵਿੱਚ ਤੂੰ ਜਦੋਂ ਚੱਲਦੀ ਹੈ ਤੇ ਤੂੰ ਤਸ਼ਾ ਮੁਛ ਕਰੀ ਜਾਂਦੀ ਹੈ। ਜਦੋਂ ਮੈਂ ਪੜ੍ਹਦਾ ਹੁੰਦਾ ਸਾਂ ਸੰਤ ਦਰਸ਼ਨ ਸਿੰਘ ਜੀ ਦੇਲਾਂ ਵਾਲਿਆਂ ਤੋਂ, ਤੇ ਮੈਂ 8ਵੀਂ ਪੋਥੀ ਦੀ ਕਥਾ ਪੜ੍ਹਦਾ ਤੇ ਉਹਦੇ ਵਿੱਚ ਤਸ਼ਾ ਮੁਛੰ ਸ਼ਬਦ ਆਇਆ। ਤੇ ਡਾਕਟਰ ਭਾਈ ਵੀਰ ਸਿੰਘ ਨੇ ਅਰਥ ਲਿਖਿਆ ਸੀ ਕਟਾ ਵੱਡੀ। ਤੇ ਮੈਂ ਉਹਨਾਂ ਨੂੰ ਪੁੱਛ ਲਿਆ ਜੀ ਵੀ ਇਹ ਤਛ ਮੁਛੰ ਦਾ ਅਰਥ ਕੀ ਹੈ? ਤੇ ਉਹ ਕਹਿਣ ਲੱਗੇ ਕਦੀ ਵੇਖਿਆ ਇਹ ਜਦੋਂ ਤਰਖਾਣ ਰੁੱਖ ਵੱਢਦਾ? ਮੈਂ ਕਿਹਾ ਜੀ ਦੇਖਿਆ। ਕਹਿੰਦੇ ਪਹਿਲੋਂ ਮੋਛੇ ਪਾਉਂਦਾ ਹੈ, ਪਹਿਲੋਂ ਤਰਾਸ਼ਦਾ ਹੈ, ਟਾਹਣੀਆਂ ਟੂਣੀਆਂ ਅੱਡ ਕਰਦਾ ਹੈ, ਤੇ ਅੱਡ ਕਰਕੇ ਫਿਰ ਮੋਛੇ ਪਾ ਦਿੰਦਾ ਹੈ। ਏਦਾਂ ਹੀ ਕਿਰਪਾਨ ਜਦੋਂ ਚੱਲਦੀ ਪਹਿਲਾਂ ਬਾਹਾਂ ਲਾਉਂਦੀ ਹੈ, ਕੰਨ ਲਾਉਂਦੀ ਹੈ,
ਤੇ ਫਿਰ ਮੋਛੇ ਪਾ ਕੇ ਤੇ 2-2 ਟੁਕੜੇ ਕਰ ਦਿੰਦੀ ਹੈ। ਉਹਨੂੰ ਕਹਿੰਦੇ ਤਸ਼ਾ ਮੁੱਛਾਂ। ਉਹ ਸਾਹਿਬ ਜੀ ਕਹਿੰਦੇ ਜਦੋਂ ਜੰਗ ਦੇ ਮੈਦਾਨ ਵਿੱਚ ਤੂੰ ਚੱਲਦੀ ਐ, ਤੂੰ ਤਸ਼ਾ ਮੁੱਛ ਕਰ ਦਿੰਨੀ ਐ, ਤੇ ਕੀ ਮੰਗਦਾ ਅਰਥ ਹੁੰਦਾ ਏ, ਛੋਟੇ ਛੋਟੇ ਟੁਕੜੇ ਤੂੰ ਵੈਰੀਆਂ ਦੇ ਕਰਦੀ ਐ। ਮਹਾ ਤੇਜ ਕੀ ਤੇਜਤਾ ਤੇਜਵੰਤੀ। ਦੁਨੀਆ ਦੇ ਵਿੱਚ ਗੁਰੂ ਖਾਲਸਾ ਜੀ 7-6 ਚੀਜ਼ਾਂ ਬਹੁਤੀਆਂ ਤੇਜ ਵਾਲੀਆਂ ਨੇ, ਜੋਤ ਵਾਲੀਆਂ ਨੇ। ਇੱਕ ਸੂਰਜ ਹੈ, ਇੱਕ ਚੰਦਰਮਾ, ਇੱਕ ਤਾਰੇ ਹੈ, ਬਿਜਲੀ ਹੈ ਇਤਿਆਦਿਕ। ਇਹਨਾਂ ਨੂੰ 6 ਜੋਤਾਂ ਕਹਿੰਦੇ। ਇਹ ਸਵੰਭੂ ਜੋਤਾਂ ਨੇ, ਆਪਣੇ ਆਪ ਹੀ ਜਗਦੀਆਂ ਨੇ। ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਮਹਾ ਤੇਜ 6 ਜੋਤਾਂ ਨੇ ਨਾ, ਉਹਨਾਂ ਦੇ ਵਿੱਚ ਤੇਰੀ ਤੇਜਤਾ ਏ, ਉਹਨਾਂ ਵਿੱਚ ਤੇਰੀ ਲਾਈਟ ਹੈ। ਇਹ ਕਿਰਪਾਨ ਤੂੰ ਤੇਜ ਵਾਲੀ ਹੈ। ਪ੍ਰਜਾ ਕੰਡਨੀ ਦੰਡਨੀ ਸਤਰਹੰਤੀ। ਸਾਹਿਬ ਜੀ ਕਹਿੰਦੇ ਨੇ ਪ੍ਰਜਾ ਕੰਡਨੀ, ਪ੍ਰਜਾ ਜਿਹੜੀ ਤੇਰੀ ਪ੍ਰਜਾ ਏ ਉਹਦੇ ਤੂੰ ਕੰਡ ਕਹੀਏ ਮੋਢੇ ਦੇ ਉੱਪਰ, ਪਿੱਠ ਦੇ ਉੱਪਰ ਥਾਪੜਾ ਦੇਣ ਵਾਲੀ ਹੈ। ਜਾਂ ਤੇਰੀ ਪ੍ਰਜਾ ਵਿੱਚ ਜਿਹੜੇ ਸੂਰਮੇ ਨੇ ਉਹਨਾਂ ਦੀ ਪਿੱਠ ਨੂੰ ਤੂੰ ਠੋਕਣ ਵਾਲੀ ਹੈ। ਕੰਡਣੀ ਮੈਨੇ ਪਿੱਠ ਨੂੰ ਥਾਪੜਨਾ, ਸ਼ਾਬਾਸ਼ ਦੇਣੀ। ਜਿਹੜੇ ਵੈਰੀ ਨੇ ਉਹਨਾਂ ਨੂੰ ਤੂੰ ਦੰਡਣੀ, ਦੰਡ ਦੇਣ ਵਾਲੀ ਹੈ। ਤੇ ਜੰਗ ਦੇ ਮੈਦਾਨ ਦੇ ਵਿੱਚ 70 ਵੈਰੀਆਂ ਨੂੰ ਹੰਤੀ ਕਹੀਏ ਨਾਸ਼ ਕਰਨ ਵਾਲੀ ਹੈ। ਮਹਾਬੀਰ ਵਿਦਿਆ ਮਹਾਬੀਰ ਰੂਪੰ। ਤੂੰ ਬਹੁਤੀ ਵੀਰ ਰਸ ਦਾ ਰੂਪ ਹੈ। ਤੇ ਸੂਰਮਿਆਂ ਦੀ ਵੀਰ ਵਿਦਿਆ ਵੀ ਤੂੰ ਹੀ ਹੈ, ਕਿਉਂਕਿ ਕਿਰਪਾਨ ਤੋਂ ਹੀ ਗੁਰੂ ਖਾਲਸਾ ਜੀ ਸ਼ਸਤਰ ਵਿਦਿਆ ਪ੍ਰਾਰੰਭ ਹੁੰਦੀ ਹੈ। ਮਹਾਭੀਰ ਮੈਂ ਵੀਰ ਦਾਤੀ ਬੇਰੂਪੰ। ਹਾਂ, ਬੇਰੂਪੰ ਕਹੀਏ ਧਰਮ ਰਾਜੇ ਦੀ ਘਰ ਵਾਲੀ ਵਰਗਾ ਤੇਰਾ ਤਿੱਖਾ ਪ੍ਰਤਾਪ ਹੈ। ਤੇ ਜੰਗ ਦੇ ਮੈਦਾਨ ਦੇ ਵਿੱਚ ਤੂੰ ਵੀਰ ਰਸ ਨੂੰ ਦੇਣ ਵਾਲੀ ਹੈ। ਤੂੰ ਹੀ ਸੈਫ ਪੱਟਾ ਮਹਾਕਾਟ ਕਾਤੀ। ਹਾਂ, ਤੂੰ ਹੀ ਸੈਫ ਸਿੱਧੀ ਤਲਵਾਰ ਰੂਪ ਹੈ, ਤੂੰ ਹੀ ਪੱਟਾ ਰੂਪ ਹੈ। ਪੱਟਾ ਕਿਰਚ ਦੇ ਆਕਾਰ ਦਾ ਹੁੰਦਾ ਹੈ। ਤੇ ਮਹਾਕਾਟ ਕਾਤੀ, ਕਾਤੀ ਸ਼ੁਰੂ ਨੂੰ ਕਹਿੰਦੇ ਨੇ, ਤੇ ਕਾਟ ਨਾਮ ਕੱਟਣ ਦਾ ਏ। ਤੂੰ ਜੰਗ ਦੇ ਮੈਦਾਨ ਵਿੱਚ ਬਹੁਤਾ ਕੱਟਣ ਵਾਲੀਆਂ ਵੈਰੀਆਂ ਨੂੰ, ਤੇ ਤੂੰ ਹੀ ਸ਼ੁਰੀ ਰੂਪ ਹੈ। ਅਨੁਗ ਆਪਣੇ ਕੋ ਅਭੈਦਾਨ ਦਾਤੀ। ਜਿਹੜੇ ਤੇਰੇ ਦਾਸ ਨੇ ਉਹਨਾਂ ਨੂੰ ਤੂੰ ਅਭੈ ਦਾਨ ਦਿੰਨੀ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਨਿਡਰ ਹੋ ਕੇ ਲੜੋ। ਅਤ ਹੀ ਰਨ ਮੈਂ ਤਬ ਜੂਝ ਮਰੂ। ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਤੂੰ ਐਸਾ ਵਰਦਾਨ ਦਿੰਨੀ ਹੈ। ਜਿਉ ਮਿਆਨ ਤੇ ਵੀਰ ਤੋ ਕੋ ਸੜਕੈ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਸੂਰਮਾ ਤੈਨੂੰ ਮਿਆਨ ਦੇ ਵਿੱਚੋਂ ਸੜਕ ਕਰਦੀ ਬਾਹਰ ਕੱਢਦਾ ਏ। ਪ੍ਰਲੈ ਕਾਲ ਕੇ ਸੰਦ ਬੱਕੈ ਕੜਕੈ। ਤੇ ਪ੍ਰਲੈ ਕਾਲ ਕੇ ਸੰਦ, ਸੰਦ ਮੈਨੇ ਹਥਿਆਰ। ਪ੍ਰਲੈ ਕਾਲ ਦੇ ਵੇਲੇ ਧਰਮ ਰਾਜੇ ਦਾ ਸੰਦ ਕਿਹੜਾ ਏ? ਕਟਾਰ। ਜਿਵੇਂ ਉਹ ਕਟਾਰ ਕੱਢਦਾ ਏ ਨਾ, ਤੇ ਉਹ ਕਰੜ ਕਰੜ ਕਰਦੀ ਹੋਈ, ਬੱਕੈ ਨਾਮ ਬੋਲਣ ਦਾ ਏ, ਤੇ ਕੜਕੈ ਨਾਮ ਕਰੜ ਕਰੜ ਕਰਕੇ ਬੋਲਦੀ। ਕਟਾਰ ਜਿਵੇਂ ਮਿਆਨ ਦੇ ਵਿੱਚੋਂ ਬਾਹਰ ਆਉਂਦੀ ਹੈ ਨਾ, ਇਸ ਤਰੀਕੇ ਦੇ ਨਾਲ ਕਿਰਪਾਨ ਤੂੰ ਮਿਆਨ ਵਿੱਚੋਂ ਬਾਹਰ ਆਉਣੀ ਹੈ। ਤਸੈ ਖੇਤ ਮੈਂ ਹੱਥ ਲੈ ਤੋਹੇ ਸੂਰੇ। ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਤੈਨੂੰ ਲੈ ਕਰਕੇ ਕਿਰਪਾਨ ਧਸ ਜਾਂਦੇ ਨੇ। ਫਿਰੈ ਸਮੂਹੇ ਸਿੱਧ ਸਾਵੰਤ ਪੂਰੇ। ਤੇ ਜੰਗ ਦੇ ਮੈਦਾਨ ਵਿੱਚ ਜਾ ਕੇ ਭਿੜਦੇ ਨੇ ਜਿਹੜੇ ਸਿੱਧ ਸਾਵੰਤ। ਸਿੱਧ ਸਾਵੰਤ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਸ਼ਸਤਰ ਵਿਦਿਆ ਸਿੱਧ ਹੋਵੇ, ਉਹਨਾਂ ਨੂੰ ਸਿੱਧ ਸਾਵੰਤ ਕਹਿੰਦੇ ਆ। ਜਿਹੜੇ ਗੁਰੂ ਖਾਲਸਾ ਜੀ ਬ੍ਰਹਮ ਕਵਚ ਭਗਉਤੀ ਸਤੋਤਰ ਦਾ ਨਿਤਾ ਨਾਲ ਨੇਮ ਕਰਦੇ ਨੇ, ਉਹਨਾਂ ਵਿੱਚ ਫਿਰ ਐਸੀ ਤਾਕਤ ਆ ਜਾਂਦੀ ਵੀ ਕਿਰਪਾਨ ਆਪਣੇ ਆਪ ਹੀ ਖੜੀ ਹੋ ਜਾਂਦੀ ਹੈ, ਉਹਨਾਂ ਦੇ ਹੱਥ 'ਚ ਆ ਜਾਂਦੀ ਹੈ। ਜਿਹੜੇ ਸ਼ਸਤਰ ਨੂੰ ਸਿਮਰਨ ਉਹੀ ਸ਼ਸਤਰ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਹੈ, ਉਹਨਾਂ ਵਿੱਚ ਐਸੀ ਤਾਕਤ ਆ ਜਾਂਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਸ਼ਸਤਰ ਨਾਮ ਮਾਲਾ ਪੜ੍ਹਾਉਂਦੇ ਹੁੰਦੇ ਸੀ ਤੋ ਕਹਿੰਦੇ ਹੁੰਦੇ ਸੀ ਵੀ ਇਹ ਸ਼ਸਤਰ ਵਿਦਿਆ ਨੂੰ ਸਿੱਧ ਕਰਨ ਵਾਲੀ ਬਾਣੀ ਹੈ। ਸਰਬਲੋ ਪ੍ਰਕਾਸ਼ ਵਿੱਚ ਵੀ ਸ਼ਸਤਰਾਂ ਦੇ ਬੜੇ ਨਾਮ ਆਉਂਦੇ ਨੇ। ਬਾਰ-ਬਾਰ ਸ਼ਸਤਰਾਂ ਦਾ ਨਾਮ ਲਈਏ ਸ਼ਸਤਰ ਸਿੱਧ ਹੋ ਜਾਂਦੇ ਨੇ। ਫਿਰ ਜਿਹੜੇ ਸ਼ਸਤਰ ਨੂੰ ਚੇਤੇ ਕਰੀਏ ਉਹ ਆਪਣੇ ਆਪ ਹੀ ਹੱਥ ਵਿੱਚ ਆ ਜਾਂਦਾ ਹੈ। ਇਹ ਗੁਰੂ ਖਾਲਸਾ ਜੀ ਇੱਕ ਵਿਦਿਆ ਹੈ। ਆ ਮਹਾਭਾਰਤ ਵਿੱਚ ਦੇਖੀਦਾ ਏ ਕਿ ਉਹ ਮੰਤਰ ਪੜ੍ਹਦੇ ਨੇ, ਧਨਕ ਨੂੰ ਤਾਂ ਨੂੰ ਕਰਕੇ ਤੀਰ ਆਪੇ ਆ ਜਾਂਦਾ। ਉਹਨਾਂ ਸਾਰੇ ਮੰਤਰਾਂ ਨੂੰ ਇਕੱਠਿਆਂ ਕਰਕੇ ਮਹਾਰਾਜ ਨੇ ਸ਼ਸਤਰ ਨਾਮ ਮਾਲਾ ਬਾਣੀ ਬਣਾਈ ਹੈ। ਇਹਦੇ ਨਾਲ ਗੁਰੂ ਖਾਲਸਾ ਜੀ ਸ਼ਸਤਰ ਸਿੱਧ ਹੋ ਜਾਂਦੇ ਨੇ। ਇਹ ਐਸੀ ਬਾਣੀ ਹੈ। ਪੁਰਾਣੇ ਸਿੰਘ ਨਿਤਨੇ ਵਿੱਚ ਪਾਠ ਕਰਦੇ ਹੁੰਦੇ ਸੀ ਇਹਦਾ। ਹੁਣ ਵੀ ਪਹਿਲੇ ਧਿਆ ਦਾ ਪਾਠ ਕੀਤਾ ਜਾਂਦਾ ਹੈ।
ਸੋ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸ਼ਸਤਰ ਵਿਦਿਆ ਸਿੱਧ ਹੋਈ ਹੈ ਨਾ, ਉਹ ਤੈਨੂੰ ਲੈ ਕਰਕੇ ਜੰਗ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਭਿੜਦੇ ਨੇ। ਕਰੇ ਹੱਥ ਦਵੈ ਕਾਢ ਕੈ ਮਿਆਨ ਮੈਂ ਤੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਬਹੁਤੇ ਹੱਥ ਨਹੀਂ ਕਰਨ ਦੀ ਲੋੜ। ਹੱਥ ਦਾ ਅਰਥ ਹੁੰਦਾ ਇਹ ਵਾਰ। ਜੰਗ ਦੇ ਮੈਦਾਨ ਵਿੱਚ ਬਹੁਤੇ ਵਾਰ ਕਰਨ ਦੀ ਲੋੜ ਨਹੀਂ ਹੈ। ਕੋਈ ਜੰਗ ਦੇ ਮੈਦਾਨ ਦੇ ਵਿੱਚ ਜਿਹਨੂੰ ਸ਼ਸਤਰ ਵਿਦਿਆ ਸਿੱਧ ਹੋਈ ਹੋਵੇ, ਉਹ 2 ਵਾਰ ਹੀ ਕਰਦੇ, ਪੈਂਤੜਾ ਹੀ ਕੱਢਦੇ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ। ਫਤਿਹ ਪਾਏ ਹੈ ਵੀਰ ਮੈਦਾਨ ਮੈਂ ਤੇ। ਸਾਹਿਬ ਜੀ ਕਹਿੰਦੇ ਉਹ ਜੰਗ ਦੇ ਮੈਦਾਨ ਵਿੱਚ ਫਤਿਹ ਪਾ ਲੈਂਦਾ ਹੈ। ਇਹ ਕਿਰਪਾਨ ਪੈਂਤੜਾ ਹੀ ਕੱਢਦੇ। ਪਹਿਲੀ ਮਰਿਆਦਾ ਹੁੰਦੀ ਸੀ, ਜਦੋਂ ਮਹੱਲੇ ਹੁੰਦੇ ਸੀ, ਜਿਹੜੇ ਵੱਡੇ ਜਥੇਦਾਰ ਹੁੰਦੇ ਸਨ, ਉਹ ਪੈਂਤੜਾ ਕੱਢਦੇ ਹੁੰਦੇ ਸੀ ਕਿਰਪਾਨ ਦਾ। ਗੱਤਕੇ ਦੇ ਵਿੱਚ ਆ ਕੇ ਹਰੇਕ ਸਿੰਘ ਪੈਂਤੜਾ ਕੱਢਦਾ ਹੁੰਦਾ ਸੀ। ਕਿਰਪਾਨ ਬਾਹਰ ਕੱਢ ਕੇ 2 ਵਾਰ ਹੀ ਕਰਨੇ, 3 ਵਾਰ ਹੀ ਕਰਨੇ। ਹੌਲੀ ਹੌਲੀ ਇਹ ਰੀਤੀ ਅਲੋਪ ਹੋ ਗਈ ਹੈ। ਸੋ ਸਾਹਿਬ ਜੀ ਕਹਿੰਦੇ ਜੇ ਕੋਈ 2 ਵਾਰ ਹੀ ਕਰ ਦੇਵੇ ਨਾ, ਤੇ ਉਹ ਫਤਿਹ ਪਾ ਲੈਂਦਾ ਇਹ ਜੰਗ ਦੇ ਮੈਦਾਨ ਵਿੱਚ। ਕਟਕ 70 ਮੈਂ ਅਗਰ ਹੋਇ ਫਟ ਬਾਹੈ। ਕਟਕਦਾਰ ਹੁੰਦਾ ਇਹ ਫੌਜ, ਵੈਰੀਆਂ ਦੀਆਂ ਫੌਜਾਂ ਦੇ ਵਿੱਚ ਜੇ ਕੋਈ ਸਾਹਮਣੇ ਹੋ ਕੇ ਵੈਰੀਆਂ ਦੀ ਫੌਜ ਦਾ ਮੁਕਾਬਲਾ ਕਰੇ, ਤੇ ਵੈਰੀਆਂ ਦੀ ਫੌਜ ਦੇ ਵਿੱਚ ਜਾ ਕੇ ਸਾਹਮਣੇ ਹੋ ਕੇ ਤੇ ਕਿਰਪਾਨ ਤੇਰੇ ਫੱਟ ਬਾਵੇ, ਤੇ ਤੇਰੇ ਫੱਟਾਂ ਨੂੰ ਆਪਣੇ ਸਰੀਰ ਦੇ ਉੱਪਰ ਝੱਲੇ। ਬਰੈ ਦੇਵ ਕੰਨਿਆ ਤੇਉ ਕੰਤ ਚਾਹੈ। ਜੇ ਜੰਗ ਦੇ ਮੈਦਾਨ ਵਿੱਚ ਉਹ ਸ਼ਹੀਦ ਹੋ ਜਾਵੇ ਤੇ ਉਹਨੂੰ ਅਪਸਰਾਂ ਵਰ ਲੈਂਦੀਆਂ ਨੇ। ਕਹਿੰਦੇ ਜਿਹੜਾ ਜੰਗ ਦੇ ਮੈਦਾਨ 'ਚ ਮਰਦਾ ਨਾ, ਉਹਨੂੰ ਅਪਸਰਾਂ ਵਰਦੀਆਂ ਨੇ। ਅਪਸਰਾਂ ਕਿਉਂ ਵਰਦੀਆਂ ਨੇ? ਉਹ ਕਿਰਪਾਨ ਦੇ ਹੱਥੋਂ ਮਰਦਾ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਆ, ਸਾਹਿਬ ਜੀ ਕਹਿੰਦੇ ਵੀ ਕੋਈ ਕਿਰਪਾਨ ਦੇ ਹੱਥੋਂ ਸ਼ਹੀਦ ਹੋ ਜਾਵੇ ਨਾ, ਤੇ ਉਹਨੂੰ ਅਵਛਰਾਂ ਵਰ ਲੈਂਦੀਆਂ ਨੇ, ਉਹ ਮੁਕਤ ਹੋ ਜਾਂਦਾ ਏ। ਮਹਾ ਖੇਤ ਮੈਂ ਜੋ ਕਰੈ ਹਾਥ ਜੀਤੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਜੰਗ ਦੇ ਮੈਦਾਨ ਵਿੱਚ ਹਾਥ ਮੈਨੇ ਵਾਰ। ਆਮ ਨਿਹੰਗ ਸਿੰਘਾਂ ਜਾਂ ਕਿੰਨੇ ਹੱਥ ਸਿੱਖਿਆ ਏ ਤੂੰ ਗੱਤਕੇ ਦੇ? ਹਾਥ ਮੈਨੇ ਹੁੰਦਾ ਵਾਰ। ਸਹਿਹਥੀ ਕਹਿੰਦੇ ਨਾ 100 ਵਾਰ ਹੈ ਜਿਹਦੇ, ਬਰਛੀ ਉਹਨੂੰ ਕਹਿੰਦੇ ਸਹਿਹਥੀ। ਹਥੀ ਮੈਨੇ ਵਾਰ, 100 ਵਾਰਾਂ ਵਾਲੀ ਬਰਛੀ। ਤੇ ਮਹਾਰਾਜ ਕਹਿੰਦੇ ਜੰਗ ਦੇ ਮੈਦਾਨ ਵਿੱਚ ਜਿੰਨੇ ਕੋਈ ਕਿਰਪਾਨ ਦੇ ਵਾਰ ਕਰੇ, ਸਵਰਗ ਬਾਸ ਮੈਂ ਭੋਗ ਵੈ ਬਰਖ ਤੇਤੇ। ਤੇ ਉਹਨਾਂ ਚਿਰ ਉਹ ਸਵਰਗਾਂ ਦੇ ਵਿੱਚ ਓਨੇ ਸਾਲ ਸੁਖ ਭੋਗਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਉਹ ਵਾਰ, ਜਿੰਨੇ ਵਾਰ ਕਰੂ ਨਾ ਜੰਗ ਦੇ ਮੈਦਾਨ 'ਚ, ਤੇ ਓਨੇ ਹੀ ਸਾਲ ਸਵਰਗਾਂ ਦੇ ਵਿੱਚ ਸੁਖ ਭੋਗੇਗਾ। ਸਮਰ ਸਮੋਹੇ ਸੀਸ ਤੋ ਪੈ ਚੜਾਵੈ। ਸਾਹਿਬ ਜੀ ਕਹਿੰਦੇ ਹੇ ਕਿਰਪਾਨ, ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਸੂਰਮਾ ਤੇਰੇ ਸਾਹਮਣੇ ਆ ਕਰਕੇ ਤੈਨੂੰ ਆਪਣੇ ਸੀਸ ਦੀ ਭੇਟਾ ਦੇਵੇਗਾ, ਮਹਾਭੂਪ ਹੋਵੈ ਔਤਰੈ ਰਾਜ ਪਾਵੈ। ਜਿਹੜਾ ਸੀਸ ਦੀ ਭੇਟਾ ਦਿੰਦਾ ਏ ਉਹ ਬਹੁਤਾ ਵੱਡਾ ਚੱਕਰਵਰਤੀ ਬਾਦਸ਼ਾਹ ਹੋ ਕੇ ਜੰਮਦਾ ਏ ਤੇ ਦੁਨੀਆ ਦਾ ਰਾਜ ਕਰਦਾ ਏ। ਉਹਨੂੰ ਏਡਾ ਵੱਡਾ ਫਲ ਪ੍ਰਾਪਤ ਹੁੰਦਾ ਏ। ਮਹਾਭਾਵ ਸੋਜੋ ਕਰੈ ਤੋਰ ਪੂਜਨ। ਇਹ ਅੰਮ੍ਰਿਤ ਵੇਲੇ ਉੱਠ ਕਰਕੇ ਜਿਹੜਾ ਇਹ ਪਾਠ ਕਰੇ ਭਗਉਤੀ ਸਤੋਤਰ ਦਾ, ਕਿਰਪਾਨ ਨੂੰ ਮਾਂਜੇ, ਪਲੰਘੇ ਦੇ ਉੱਪਰ ਸਜਾਵੇ, ਤੇ ਇਹਦਾ ਸਤਿਕਾਰ ਕਰੇ ਬਹੁਤੇ ਪ੍ਰੇਮ ਦੇ ਨਾਲ। ਕਿਰਪਾਨ ਜਿਹੜਾ ਵੀ ਤੇਰੀ ਪੂਜਾ ਨੂੰ ਕਰੇਗਾ। ਸਮਰ ਜੈਤ ਕੋ ਵੀਰ ਹੋਵੈ ਹੈ ਅਦੂਜੰ। ਸਮਰ ਮੈਨੇ ਜੰਗ ਦੇ ਮੈਦਾਨ ਨੂੰ ਜਿੱਤਣ ਵਾਲਾ, ਉਹਦੇ ਬਰਾਬਰ ਕੋਈ ਦੂਜਾ ਸੂਰਮਾ ਨਹੀਂ ਹੋਵੇਗਾ। ਅਦੂਜੰਗ ਮੈਨੇ ਅਦੁੱਤੀ, ਉਹ ਅਦੁੱਤੀ ਸੂਰਮਾ ਹੋਵੇਗਾ। ਵੀਰ ਹੋਇਆ ਹੈ ਅਦੂਜੰਗ, ਉਹ ਇੱਕ ਹੀ ਸੂਰਮਾ ਹੋਵੇਗਾ। ਉਹਦੇ ਵਰਗਾ ਹੋਰ ਕੋਈ ਨਹੀਂ ਸੂਰਮਾ ਹੋਵੇਗਾ ਜੰਗ ਨੂੰ ਜਿੱਤਣ ਵਾਲਾ। ਤੋਯੰਗ ਪੂਜ ਹੈ ਵੀਰ ਬਾਨੈਤ ਛਤਰੀ। ਤੋਯੰਗ ਤੈਨੂੰ ਪੂਜਦੇ ਨੇ ਵੀਰ ਬਾਨੈਤ, ਧਨਖ ਧਾਰੀ ਜਿਹੜੇ ਸੂਰਮੇ ਨੇ, ਕਛਤਰੀ ਨੇ। ਮਹਾ ਖੜਗ ਧਾਰੀ ਮਹਾ ਤੇਜ ਅਤਰੀ, ਜਿਹੜੇ ਬਹੁਤੇ ਵੱਡੇ ਖੰਡੇ ਪਾਉਂਦੇ ਨੇ, ਬਾਬਾ ਦੀਪ ਸਿੰਘ ਜੀ ਵਰਗੇ। ਕਿਉਂਕਿ ਜਿੰਨੇ ਮਿਸਲ ਸ਼ਹੀਦਾਂ ਦੇ ਜੰਗੀ ਜਰਨੈਲ ਹੋਏ, ਬਾਬਾ ਸੁਧਾ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਸਿੰਘ ਜੀ ਬੇਦੀ, ਬਾਬਾ ਕਰਮ ਸਿੰਘ ਜੀ, ਬਾਬਾ ਨੱਥਾ ਸਿੰਘ ਜੀ, ਇਹ ਸਾਰੇ ਖੰਡਾ ਹੀ ਰੱਖਦੇ ਸੀ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਇਹ ਸਤੋਤਰ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਸੀ, ਤੇ ਸਾਰੇ ਹੀ ਸ਼ਹੀਦੀ ਫੌਜਾਂ ਇਹ ਪੜ੍ਹਦੇ ਸਨ। ਇਸ ਸਤੋਤਰ ਦੇ ਤਾਂ ਹੀ ਬ੍ਰਹਮ ਕਵਚ ਤੇ ਭਗਉਤੀ ਸਤੋਤਰ ਪੜ੍ਹਦੇ ਸਨ। ਤੇ ਜਿਹੜਾ ਗੁਰੂ ਖਾਲਸਾ ਜੀ ਕੋਈ ਪੜ੍ਹਦਾ ਹੈ ਨਾ, ਉੱਥੇ ਫਿਰ ਸ਼ਹੀਦੀ ਪਹਿਰਾ ਲੱਗ ਜਾਂਦਾ ਹੈ। ਸ਼ਹੀਦੀ ਫੌਜਾਂ ਦੇ ਦਰਸ਼ਨ ਵੀ ਹੁੰਦੇ ਨੇ। ਹਰਿਆਣੇ ਵਿੱਚੋਂ ਮੈਨੂੰ ਇੱਕ ਫੋਨ ਆਇਆ ਸੀ, ਕਰਨਾਲ ਦੇ ਵਿੱਚੋਂ। ਉਹ ਕਹਿੰਦੇ ਅਸੀਂ ਜਦੋਂ ਬ੍ਰਹਮ ਕਵਚ ਦਾ ਪਾਠ ਕਰਨ ਲੱਗੇ ਨਾ, ਤੇ ਸਾਨੂੰ ਬੜੇ ਬੜੇ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਣ ਲੱਗ ਪਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਅਸਾਂ ਨੇ ਸੁਣਿਆ ਸੀ, ਐਸੀ ਸਾਡੇ ਤੇ ਕਿਰਪਾ ਹੋਈ। ਫਿਰ ਅਸੀਂ ਕਿਸੇ ਨੂੰ ਦੱਸ ਬੈਠੇ ਤੇ ਉਹ ਸ਼ਕਤੀ ਗੁਪਤ ਅਲੋਪ ਹੋ ਗਈ। ਸੋ ਐਸੀ ਗੁਰੂ ਖਾਲਸਾ ਜੀ ਕਿਰਪਾ ਹੁੰਦੀ ਹੈ। ਤੇ ਮਹਾ ਖੜਗ ਧਾਰੀ ਕਹਿੰਦੇ ਬਹੁਤੇ ਜਿਹੜੇ ਖੰਡੇ ਧਾਰੀ ਨੇ, ਵੱਡੇ ਸੂਰਮੇ ਨੇ ਤੇ ਮਹਾ ਤੇਜ ਅਤਰੀ, ਜੰਗ ਦੇ ਮੈਦਾਨ ਵਿੱਚ ਬਹੁਤੇ ਤੇਜ ਪ੍ਰਤਾਪ ਵਾਲੇ ਜਿਹੜੇ ਅਸਤਰਧਾਰੀ ਸੂਰਮੇ ਨੇ। ਪੜੈ ਪ੍ਰੀਤ ਸੋ ਪ੍ਰਾਤ ਅਸਤੋਤਰ ਜਾ ਕੋ। ਅਸਤੋਤਰ ਮੈਨੇ ਇਸ ਅਸਤੋਤਰ ਨੂੰ ਬੜੀ ਪ੍ਰੀਤੀ ਨਾਲ ਉਹ ਪੜ੍ਹਦੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਸਤੋਤਰ। ਬ੍ਰਿਜ ਭਾਸ਼ਾ ਵਿੱਚ ਇਹਦੇ ਅੱਗੇ ਊੜਾ ਲਾ ਦਿੰਦੇ ਨੇ ਅਸਤੋਤਰ, ਤੇ ਪੰਜਾਬੀ ਵਿੱਚ ਗੁਰੂ ਖਾਲਸਾ ਜੀ ਇਹ ਅਸਤੋਤਰ ਬਣ ਗਿਆ। ਮਹਾਨ ਕੋਸ਼ ਵਿੱਚ ਵੀ ਲਿਖਿਆ ਏ ਕਾਹਨ ਸਿੰਘ ਜੀ ਨਾਭਾ ਨੇ। ਸੋ ਪਟਨੇ ਸਾਹਿਬ ਦੇ ਵਿੱਚ ਜਿਹੜੀ ਬਾਬਾ ਦੀਪ ਸਿੰਘ ਦੀ ਬੀੜ ਹੈ ਉਹਦੇ ਵਿੱਚ ਲਿਖਿਆ ਅਸਤੋਤਰ, ਊੜੇ ਨੂੰ ਔਂਕੜ ਦੇ ਨਾਲ। ਸੋ ਸਾਹਿਬ ਜੀ ਕਹਿੰਦੇ ਵੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਕਮਰ ਕੱਸਾ ਲਾ ਕੇ ਵੀਰ ਆਸਨ ਹੋ ਕੇ ਤੇ ਕਿਰਪਾਨ ਮਿਆਨ ਤੋਂ ਬਾਹਰ ਕੱਢ ਕੇ ਮੋਢੇ ਤੇ ਰੱਖ ਕੇ ਤੇ 11 ਪਾਠ ਕਰਦਾ ਏ। ਕਰੈ ਰੁਦਰ ਕਾਲੀ ਨਮਸਕਾਰ ਤਾਕੋ। ਤੇ ਉਹਨੂੰ ਫਿਰ ਰੁਦਰ ਸ਼ਿਵ ਜੀ ਵੀ ਤੇ ਕਾਲੀ ਮਾਤਾ ਵੀ ਆ ਕੇ ਮੱਥਾ ਟੇਕਦੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸਿੱਧ ਹੋ ਗਿਆ ਨਾ ਕਿ ਭਗਉਤੀ ਕਿਹਦਾ ਨਾਮ ਹੈ। ਜਿਹੜਾ ਭਗਉਤੀ ਦਾ ਸਤੋਤਰ ਪੜ੍ਹਦਾ ਨਾ, ਕਿਰਪਾਨ ਦਾ ਸਤੋਤਰ, ਉਹਨੂੰ ਆ ਕਰਕੇ ਕਹਿੰਦੇ ਸ਼ਿਵ ਜੀ ਵੀ ਮੱਥਾ ਟੇਕਦਾ ਵੀ ਤੂੰ ਧੰਨ ਹੈ। ਉਹਨੂੰ ਕਾਲੀ ਦੁਰਗਾ ਵੀ ਆ ਕੇ ਮੱਥਾ ਟੇਕਦੀ ਹੈ ਵੀ ਤੂੰ ਧੰਨ ਹੈ, ਤੂੰ ਇਹ ਸਤੋਤਰ ਪੜ੍ਹਦਾ ਏ। ਰੁਦਰ ਮੰਜਨੀ ਬਿੰਜਨੀ ਹੈ ਅਗਉਤੀ। ਮਹਾਰਾਜ ਸਾਹਿਬ ਜੀ ਕਹਿੰਦੇ ਕਿਰਪਾਨ ਤੂੰ ਮੁੱਢ ਤੋਂ ਹੀ, ਅਗਉਤੀ ਨਾਮ ਮੁੱਢ ਤੋਂ ਹੀ। ਮਾਸ ਨੂੰ ਬਿੰਜਨੀ ਮੈਨੇ ਖਾਣ ਵਾਲੀ ਹੈ ਤੇ ਲਹੂ ਦੇ ਨਾਲ ਤੂੰ ਮੰਜਨੀ ਮੈਨੇ ਇਸ਼ਨਾਨ ਕਰਦੀ ਹੈ। ਲਹੂ ਦੇ ਨਾਲ ਹੀ ਨਹਾਉਣੀ ਹੈ ਤੇ ਮਾਸ ਦਾ ਹੀ ਬਿੰਜਨੀ ਭੋਜਨ ਛਕਦੀ ਹੈ। ਸਦਾ ਜੈ ਸਦਾ ਜੈ ਸਦਾ ਜੈ ਭਗਉਤੀ। ਮੈਂ ਮਨ ਕਰਕੇ ਕਹਿਣਾ ਏ, ਬਾਣੀ ਕਰਕੇ, ਕਰਮਾਂ ਕਰਕੇ ਕਹਿਣਾ ਏ ਵੀ ਤੇਰੀ ਸਦਾ ਹੀ ਜੈ ਹੋਵੇ, ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਤਿੰਨੇ ਲੋਕ ਤੇਰੀ ਜੈ ਜੈਕਾਰ ਕਰਦੇ ਪਏ ਨੇ। ਪਤਾਲ ਲੋਕ ਵੀ, ਮਾਤ ਲੋਕ ਵੀ, ਸਵਰਗ ਲੋਕ ਵੀ ਸਦਾ ਹੀ ਜੈ ਜੈਕਾਰ ਕਰਦੇ ਪਏ ਨੇ। ਬ੍ਰਹਮਾ ਵੀ ਜੈ ਜੈਕਾਰ ਕਰਦਾ ਪਿਆ, ਵਿਸ਼ਨੂੰ ਵੀ, ਸ਼ਿਵ ਜੀ ਵੀ ਸਦਾ ਹੀ ਕਿਰਪਾਨ ਤੈਨੂੰ ਹੀ ਧਿਆਉਂਦਾ ਪਿਆ ਹੈ। ਕਿਉਂਕਿ ਬ੍ਰਹਮੇ ਦਾ ਜੀਵਨ ਕਿਰਪਾਨ ਨੇ ਹੀ ਦਿੱਤਾ ਸੀ ਨਾ। ਜਦੋਂ ਮਰੂ ਰਾਖਸ਼ ਪੈਦਾ ਹੋਇਆ ਸੀ ਤੇ ਫਿਰ ਇਹ ਹਵਨ ਕੁੰਡ ਵਿੱਚੋਂ ਕਿਰਪਾਨ ਨਿਕਲੀ ਤੇ ਵਿਸ਼ਨੂੰ ਨੇ ਕਿਰਪਾਨ ਨਾਲ ਹੀ ਮਧੂ ਤੇ ਕੈਟਪ ਜੋ ਮਰੂ ਰਾਖਸ਼ ਸਨ ਉਹਨਾਂ ਦਾ ਸੰਘਾਰ ਕੀਤਾ। ਇਹ ਬ੍ਰਹਮ ਕਵਚ ਦੀ ਕਥਾ ਵਿੱਚ ਤੁਸਾਂ ਨੇ ਸੁਣਿਆ। ਤਾਂ ਇਹ ਤਿੰਨੇ ਦੇਵਤੇ ਸਦਾ ਹੀ ਭਗਉਤੀ ਦੀ ਜੈ ਜੈਕਾਰ ਕਰਦੇ ਪਏ ਨੇ। ਤੇ ਇਸੇ ਤਰ੍ਹਾਂ ਸੂਖਸ਼ਮ ਸਰੀਰ, ਕਾਰਨ ਸਰੀਰ, ਸਥੂਲ ਸਰੀਰ, ਇਹ ਤਿੰਨੇ ਸਰੀਰ ਵੀ ਕਿਰਪਾਨ ਦੀ ਜੈ ਜੈਕਾਰ ਕਰਦੇ ਪਏ ਨੇ। ਸਦਾ ਦਾਹਿਨੀ ਦਾਸ ਕੋ ਦਾਨ ਦੀਜੈ। ਕਈਆਂ ਨੇ ਦਾਹਿਨੇ ਪਾਠ ਲਿਖ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਅਸਾਂ ਦਾਹਿਨੀ ਸ਼ਕਤੀ ਨੂੰ ਨਹੀਂ ਮੰਨਣਾ, ਸ਼ਕਤੀ ਨੂੰ ਹੀ ਮੰਨਣਾ। ਇੱਕ ਗੁਰੂ ਖਾਲਸਾ ਜੀ ਭਾਈ ਰਣਧੀਰ ਸਿੰਘ ਦਾ ਟੀਕਾ ਏ, ਤੇ ਉਹਨਾਂ ਨੇ ਬਾਕੀ ਦੇ ਸਾਰਾ ਪਾਠ ਦੇ ਦਿੱਤਾ ਏ, ਜਿਵੇਂ ਪਟਨੇ ਸਾਹਿਬ ਵਾਲੀ ਬੀੜ 'ਚ। ਤੇ ਉਹਨਾਂ ਨੇ ਇੱਥੇ ਆ ਕੇ ਦਾਹਿਨੇ ਕਰ ਦਿੱਤਾ। ਉਹਨਾਂ ਨੂੰ એનર્ਜੀ ਹੋ ਗਈ ਕਿਰਪਾਨ ਤੋਂ, ਸ਼ਕਤੀ ਤੋਂ। ਉਹ ਕਈ ਕਹਿੰਦੇ ਅਸੀਂ ਨਹੀਂ ਸ਼ਕਤੀ ਨੂੰ, ਅਸੀਂ ਸ਼ਕਤੀ ਨੂੰ ਮੰਨਦੇ ਹਾਂ। ਗੁਰੂ ਖਾਲਸਾ ਜੀ ਇਹ ਮਾਂ ਨਾ ਹੋਵੇ ਤੇ ਜਨਮ ਨਹੀਂ ਹੋ ਸਕਦਾ। ਪਿਓ ਕੱਲਾ ਜਨਮ ਕਿਵੇਂ ਦੇ ਦੇਵੇਗਾ, ਮਾਂ ਜ਼ਰੂਰ ਚਾਹੀਦੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਪਿਤਾ ਕਾਲ ਪੁਰਖ ਮਾਤ ਭਗਵਤੀ, ਗੋਦ ਲਿਓ ਦਾ ਖਾਸ ਪੱਲੀ। ਸਰਬਲੋ ਵਿੱਚ ਹੈ ਖਾਲਸੇ ਦਾ ਪਿਤਾ ਕਾਲ ਪੁਰਖ ਹੈ ਤੇ ਮਾਂ ਕਿਰਪਾਨ ਹੈ। ਕਿਰਪਾਨ ਨਾਲ ਸੀਸ ਕੱਟੇ ਤੇ ਫਿਰ ਖਾਲਸੇ ਦੀ ਉਤਪਤੀ ਹੋਈ ਸੀ। ਦਾਹਿਨੀ ਗੁਰੂ ਖਾਲਸਾ ਜੀ ਇਹ ਨਨੇ ਨੂੰ ਬਿਹਾਰੀ ਹੈ ਤੇ ਇਸਤਰੀ ਵਾਚਕ। ਆਮ ਇਹ ਲਿਖਿਆ ਹੈ ਕਿ ਜਿਹੜਾ ਸੱਜੇ ਹੱਥ ਨਾਲ ਦਾਨ ਦਿੱਤਾ ਜਾਵੇ ਨਾ, ਉਹੀ ਬਲੀ ਭੂਤ ਹੁੰਦਾ। ਸੱਜੇ ਨਾਲ ਹੀ ਦਾਨ ਦਵੇ ਤੇ ਸੱਜੇ ਨਾਲ ਹੀ ਲਵੇ। ਆਮ ਚਲੇ ਜਾਓ ਤੁਸੀਂ ਹਰਿਦੁਆਰ ਵੱਲ ਤੇ ਉੱਥੋਂ ਦੇ ਜਿਹੜੇ ਪੰਡਤ ਨੇ ਨਾ, ਜੇ ਖੱਬੇ ਹੱਥ ਨਾਲ ਦਾਨ ਦਈਏ ਤੇ ਉਹ ਬੜਾ ਬੁਰਾ ਮਨਾਉਂਦੇ। ਉਹ ਕਹਿੰਦੇ ਸੱਜੇ ਨਾਲ ਦੇ, ਸੱਜੇ ਦੇ ਨਾਲ ਹੀ ਦਾਨ ਦਿੱਤਾ ਜਾਂਦਾ ਹੈ। ਇਹ ਧਾਰਮਿਕ ਗੁਰੂ ਖਾਲਸਾ ਜੀ ਮਰਿਆਦਾ ਹੈ, ਪੁਰਾਤਨ ਸਨਾਤਨ। ਸਾਹਿਬ ਬਾਬਾ ਸੰਤਾ ਸਿੰਘ ਜੀ ਵੀ ਸੱਜੇ ਹੱਥ ਨਾਲ ਹੀ ਪ੍ਰਸ਼ਾਦ ਵੰਡਦੇ ਹੁੰਦੇ ਸੀ। ਇਹ ਸੱਜੇ ਹੱਥ ਦੀ ਮਰਿਆਦਾ ਹੈ। ਸੋ ਸਾਹਿਬ ਜੀ ਕਹਿੰਦੇ ਨੇ, ਸਦਾ ਦਾਹੇ ਨੀ ਦਾਸ ਕੋ ਦਾਨ ਦੀਜੈ। ਸਦਾ ਹੀ ਸੱਜੇ ਹੱਥ ਦੇ ਨਾਲ
ਦਾਸ ਨੂੰ ਦਾਨ ਦੇਣਾ ਕਰ। ਗੁਰੂ ਸਾਹ ਗੋਬਿੰਦ ਕੋ ਰਸ ਲੀਜੈ। ਇਹ ਜੋ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਤਾਂ ਮਹਾਰਾਜ ਨੇ ਗੁਰੂ ਪਦ ਲਿਖਿਆ। ਜਾਂ ਗੁਰੂ ਸ਼ਾਹ ਗੋਬਿੰਦ ਕੋ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਣਾਇਆ ਮੈਂ ਸ਼ਾਹ ਹਾਂ ਗੋਬਿੰਦ ਰਾਏ। ਗੁਰੂ ਨਾਨਕ ਸਾਹਿਬ ਜੀ ਦਾ ਬਣਾਇਆ ਹੋਇਆ ਮੈਂ ਗੋਬਿੰਦ ਸ਼ਾਹ ਹਾਂ, ਤੇ ਮੇਰੀ ਜੰਗ ਦੇ ਮੈਦਾਨ ਵਿੱਚ ਰੱਛ ਮੈਨੇ ਰੱਖਿਆ ਕਰਨੀ। ਇਹ ਹੁਣ ਸਾਰੀ ਡਿਊਟੀ ਤੂੰ ਲੈ ਲੈਣਾ ਕਰ। ਉਸਤਤ ਸੰਪੂਰਨ ਮਸਤ ਸੁਭ ਮਸਤ। ਇਹ ਅੰਤਕਾ ਵੀ ਲਿਖੀ ਹੈ, ਕਿਉਂਕਿ ਪੁਰਾਣੀ ਮਰਿਆਦਾ ਹੁੰਦੀ ਸੀ ਵੀ ਉੱਪਰ ਗੁਰੂ ਖਾਲਸਾ ਜੀ ਸਰਲੇਖ ਤੇ ਥੱਲੇ ਅੰਤਕਾ ਹੋਣੀ। ਕਹਿੰਦੇ ਸ਼੍ਰੀ ਸਾਹਿਬ ਦੀ ਉਸਤਤ ਸੰਪੂਰਨ ਮਸਤ ਮੈਨੇ, ਜਦੋਂ ਇਹਦਾ ਅਰਥ ਹੋਵੇਗਾ ਸੰਪੂਰਨਮ ਅਸਤ, ਸਮਾਪਤੀ ਹੋਵੇ, ਤੇ ਪਿੱਛੇ ਅਰਥ ਆਵੇਗਾ ਸੁਭਮ ਅਸਤ, ਜਿਹੜਾ ਇਹਨੂੰ ਪੜ੍ਹੇ ਉਹਦਾ ਚੰਗਾਈ ਹੋਵੇ, ਕਿਉਂਕਿ ਅਸਤੂ ਮੈਨੇ ਹੋਵੇ ਇਹ ਸੰਸਕ੍ਰਿਤ ਦੀ ਪਿਛੇਤਰ ਹੈ। ਸੰਪੂਰਨ ਅਸਤੂ ਸੁਭਮ ਅਸਤੂ, ਇਸ ਤਰੀਕੇ ਨਾਲ ਅਰਥ ਹੋਵੇਗਾ। ਪਾਠ ਹੋਵੇਗਾ ਸੰਪੂਰਨ ਮਸਤ ਸੁਭ ਮਸਤ। ਕਹਿੰਦੇ ਸੰਪੂਰਨ ਹੋਵੇ, ਜਿਹੜਾ ਪੜ੍ਹੇ ਉਹਦੇ ਉੱਪਰ ਕਿਰਪਾਨ ਦੀ ਕਿਰਪਾ ਵਰਸੇ, ਉਹਦੇ ਉੱਪਰ ਮਿਹਰ ਹੀ ਹੋਵੇ। ਚੌਪਈ ਅੱਗੇ ਗੁਰੂ ਖਾਲਸਾ ਜੀ ਇਹ ਜਿਹੜੀ ਚੌਪਈ ਇਹ ਗਿਆਨੀ ਗਿਆਨ ਸਿੰਘ ਜੀ ਦੀ ਲਿਖੀ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਭਗਉਤੀ ਸਤੋਤਰ ਇੰਨਾ ਹੀ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਪਾਠ ਕਰਦੇ ਰਹੇ। ਇਹੋ ਅਸਤੋਤਰ ਗੁਰ ਦਸਮੇਸੈ। ਕਹਿੰਦੇ ਜਿਹੜਾ ਅਸਤੋਤਰ ਹੈ ਨਾ, ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਿਖਿਆ ਹੋਇਆ ਹੈ। ਲਿਖਿਓ ਵੀਚ ਨਿਜ ਗ੍ਰੰਥ ਵਿਸ਼ੇਸੈ। ਇਹ ਉਹਨਾਂ ਦਾ ਜਿਹੜਾ ਵਿਸ਼ੇਸ਼ ਗ੍ਰੰਥ ਹੈ, ਜਿਹਦੇ ਵਿੱਚ ਮਹਾਰਾਜ ਦੀਆਂ ਖਾਸ ਰਚਨਾਵਾਂ ਨੇ। ਬਾਬਾ ਦੀਪ ਸਿੰਘ ਜੀ ਦਾ ਲਿਖਿਆ ਪਟਨੇ ਸਾਹਿਬ ਸ਼ੁਭਾਇਮਾਨ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਗੁਰਬਾਣੀ ਪਾਠ ਦਰਸ਼ਨ 'ਚ ਐਸਾ ਹੀ ਲਿਖਿਆ ਕਿ ਬਾਬਾ ਦੀਪ ਸਿੰਘ ਜੀ ਦਾ ਗ੍ਰੰਥ, ਉਹਦੇ ਵਿੱਚ ਭਗਉਤੀ ਸਤੋਤਰ ਹੈ। ਅਬਚਲ ਨਗਰ ਸੋ ਪਟਨੇ ਪਿਖਿਓ। ਉਹ ਕਹਿੰਦੇ ਵੀ ਅਬਚਲ ਨਗਰ ਪਟਨਾ ਸਾਹਿਬ, ਜਿੱਥੇ ਮਹਾਰਾਜ ਦਾ ਅਵਤਾਰ ਹੋਇਆ, ਤੇ ਉੱਥਾਂ ਨੇ ਅਸਾਂ ਨੇ ਇਹ ਦਰਸ਼ਨ ਕੀਤੇ ਸੀ। ਗਲਤੀ ਨਾਲ ਕਿਤੇ ਸੁਬਟਨੇ ਪਿਖਿਓ ਲਿਖਿਆ ਗਿਆ ਹੈ, ਪਰ ਸੁਪਟਨੇ ਪਿਖਿਓ। ਇਹ ਪੰਥ ਪ੍ਰਕਾਸ਼ਾਂ ਵਿੱਚ ਪਾਠ ਹੈ ਪੁਰਾਣਿਆਂ ਵਿੱਚ ਕਿ ਅਬਚਲ ਨਗਰ ਪਟਨੇ ਸਾਹਿਬ ਇਹ ਦੇਖਿਆ ਸੀ। 17 ਸਾਹਿਬ 52 ਮੈਂ ਲਿਖਿਓ। ਉੱਤੇ ਡੇਟ ਲਿਖੀ ਹੈ ਵੀ 1752 ਬਿਕਰਮੀ, ਤੇ ਇਹ ਚੋਂ 57 ਸਾਲ ਕੱਢ ਲੋ ਤੇ ਸ਼ਾਇਦ 1694 ਜਾਂ 95 ਇੱਥੇ ਦੀ ਡੇਟ ਬਣਨੀ ਹੈ। ਤੇ ਇੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਇਹ ਲਿਖਿਆ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਫੱਗਣ ਦਾ ਮਹੀਨਾ ਨਾਲ ਲਿਖਿਆ ਹੈ ਉੱਥੇ ਗ੍ਰੰਥ ਦੇ ਵਿੱਚ। ਜਿਸ ਤੇਗ ਕੀ ਮਹਿਮਾ ਇਹੋ। ਕਹਿੰਦੇ ਕਿਰਪਾਨ ਦੀ ਮਹਿਮਾ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਇਹ ਲਿਖੀ ਹੈ ਅਕਾਲ ਉਸਤਤ ਮੈਂ ਤੇ ਹੋ। ਇਹ ਅਕਾਲ ਉਸਤਤ ਬਚਿੱਤਰ ਨਾਟਕ ਵਿੱਚ ਵੀ ਲਿਖੀ ਹੈ। ਤੇ ਅੱਗੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਖਗ ਖੰਡ ਬਿਹੰਡੰ ਖਾਲਦਲ ਖੰਡੰ ਅਤਰਨ ਮੰਡੰ ਬਰਬੰਡੰ। ਤੇ ਇਹ ਗੁਰੂ ਖਾਲਸਾ ਜੀ ਜਿਹੜਾ ਪਾਠ ਹੈ ਨਾ, ਖਗ ਨਾਮ ਕਿਰਪਾਨ ਦਾ, ਇਹ ਖੰਡੇ ਦਾ ਹੈ, ਤੇ ਇਹ ਵੀ ਕਿਰਪਾਨ ਦੀ ਹੀ ਉਸਤਤ ਕੀਤੀ ਹੋਈ ਹੈ। ਦੋਹਰਾ ਬਚਨ ਇਤਿਆਦਿਕ ਗੁਰੂ ਕੇ। ਹਾਂ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਮਰੀ ਸਾਹਿਬ ਕਪਤਾਨ ਨੂੰ ਰਤਨ ਸਿੰਘ ਜੀ ਭੰਗੂ ਨੇ ਲੁਧਿਆਣੇ ਦੀ ਧਰਤੀ ਦੇ ਸਾਰੇ ਬਚਨ ਸੁਣਾਏ, ਅਸਤੋਤਰ ਵੀ ਸੁਣਾਇਆ, ਤੇ ਉਹਨੂੰ ਦੱਸਿਆ ਵੀ ਇਹ ਪਟਨੇ ਸਾਹਿਬ ਬੀੜ ਹੈ, ਉਹਦੇ ਵਿੱਚ ਲਿਖਿਆ ਹੈ। ਤੇ ਕਿਹਾ ਵੀ ਇਹ ਸਤਿਗੁਰੂ ਸਾਹਿਬ ਜੀ ਦੇ ਬਚਨ ਨੇ। ਕਾਲ ਉਸਤਤ ਵਿੱਚ ਵੀ ਹੈ, ਤੇ ਬਚਿੱਤਰ ਨਾਟਕ 'ਚ ਵੀ ਹੈ, ਜਾਪ ਸਾਹਿਬ ਵਿੱਚ ਵੀ ਹੈ। ਅਕਾਲ ਪੁਰਖ ਕੀ ਰੱਛਾ ਮਨੈ, ਸਰਬਲੋਹ ਦੀ ਰੱਛਿਆ ਮਨੈ, ਇਹ ਕਾਲ ਉਸਤਤ ਵਿੱਚ ਹੈ। ਬਚਿੱਤਰ ਨਾਟਕ ਵਿੱਚ ਖੰਡ ਬਿਹੰਡੰ ਇਤਿਆਦਿਕ ਸ਼ਬਦ ਨੇ। ਇਹਦੇ ਵਿੱਚ ਮਹਾਰਾਜ ਨੇ ਕਿਹਾ ਇਹ ਵੀ ਇਸ਼ਟ ਕੈਦ ਕਿਰਪਾਨ, ਇਹਨਾਂ ਵਿੱਚ ਕਿਹਾ ਇਹ ਵੀ ਖਾਲਸੇ ਦਾ ਇਸ਼ਟ ਕਿਰਪਾਨ ਹੈ। ਜਾਹੀ ਤੈ ਸਿੱਖ ਰਖਤ ਹੈ ਇਸ਼ਟ ਦੇਵ ਨਿਜ ਮਾਨ। ਇਸੇ ਵਾਸਤੇ ਮਹਾਰਾਜ ਦਾ ਖਾਲਸਾ ਜਿਹੜਾ ਹੈ ਨਾ, ਮਰੀ ਸਾਹਿਬ ਕਿਰਪਾਨ ਨੂੰ ਰੱਖਦਾ ਸਦਾ ਆਪਣੇ ਕੋਲ, ਇਸ਼ਟ ਜਾਣ ਕਰਕੇ। ਇਸ਼ਟ ਨੂੰ ਕਦੇ ਵੀ ਵਿਛੋੜਦਾ ਨਹੀਂ ਹੈ, ਇਹਨੂੰ ਕੁਲ ਦੇਵ ਮੰਨਦਾ ਹੈ। ਇਸ਼ਟ ਦੇਵ ਮੈਨੇ ਹੁੰਦਾ ਕੁਲ ਦੇਵ, ਜਿਵੇਂ ਸੂਰਜਵੰਸ਼ੀ ਸੂਰਜ ਨੂੰ ਕੁਲ ਦੇਵ, ਚੰਦਰਵੰਸ਼ੀ ਚੰਦਰਮੇ ਨੂੰ। ਇਹ ਖਾਲਸੇ ਦਾ ਕੁਲ ਦੇਵਤਾ ਕਿਹੜਾ ਹੈ? ਕਾਲ ਪੁਰਖ ਤੇ ਕਿਰਪਾਨ ਤੇ ਗੁਰੂ ਗ੍ਰੰਥ ਸਾਹਿਬ, ਇਹਨੂੰ ਇਸ਼ਟ ਦੇਵ ਮੰਨਦਾ ਹੈ ਗੁਰੂ ਕਾ ਖਾਲਸਾ। ਪ੍ਰਤੱਖ ਗੁਰੂ ਉਪਦੇਸ਼ਤਾ ਗੁਰ ਸਰੂਪ ਪਛਾਨ। ਹਾਂ, ਦੇ ਪ੍ਰਤੱਖ ਗੁਰੂ ਜੋ ਉਪਦੇਸ਼ਤਾ ਉਪਦੇਸ਼ ਕਰਨ ਵਾਲਾ,
ਤੇ ਗੁਰੂ ਦਾ ਹੀ ਰੂਪ ਪਛਾਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਸ਼ਟ ਦੇਵ ਗੁਰ ਗ੍ਰੰਥ ਜੋ ਰਾਖਿਓ ਨਿਸ਼ਚੇ ਮਾਨ। ਹਾਂ, ਤੇ ਸਿੱਖ ਮੰਨਦੇ ਆ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਗੁਰੂ ਦਾ ਰੂਪ ਹੈ, ਗੁਰੂ ਕੀ ਬਾਣੀ। ਇਹ ਸਿੱਖਾਂ ਦਾ ਨਿਸ਼ਚਾ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਸ਼ਟ ਦੇਵ ਗੁਰੂ ਕੇ ਸਿੱਖ ਮੰਨਦੇ ਹਨ। ਗਿਆਨ ਵਿਗਿਆਨ ਅਕਾਲ ਕੋ ਗੁਰ ਗ੍ਰੰਥ ਤੈ ਹੋਤ। ਫਿਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਵੀ ਰਤਨ ਸਿੰਘ ਜੀ ਭੰਗੂ ਕਹਿਣ ਲੱਗੇ ਵੀ ਅਕਾਲ ਪੁਰਖ ਦਾ ਗਿਆਨ ਤੇ ਵਿਗਿਆਨ ਇਹ ਗੁਰੂ ਗ੍ਰੰਥ ਸਾਹਿਬ ਤੋਂ ਹੁੰਦਾ ਹੈ। ਦੋ ਚੀਜ਼ਾਂ ਹੈ ਨਾ, ਇੱਕ ਗਿਆਨ ਹੈ, ਇੱਕ ਵਿਗਿਆਨ ਹੈ। ਗਿਆਨ ਹੁੰਦਾ ਹੈ ਵੀ ਥਿਊਰੀ ਪੜ੍ਹਨੀ, ਤੇ ਵਿਗਿਆਨ ਹੁੰਦਾ ਪ੍ਰੈਕਟੀਕਲ। ਅਕਾਲ ਪੁਰਖ ਦੀ ਥਿਊਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਸੱਚਖੰਡ ਵਸੈ ਨਿਰੰਕਾਰ। ਤੇ ਫਿਰ ਜਿਹੜਾ ਇਹਨੂੰ ਪੜ੍ਹ ਕੇ ਕਮਾਉਂਦਾ ਏ ਉਹਨੂੰ ਫਿਰ ਪ੍ਰਤੱਖ ਹਾਜ਼ਰ ਨਾਜ਼ਰ ਵੀ ਅਕਾਲ ਪੁਰਖ ਹੋ ਜਾਂਦੇ ਨੇ। ਇਸ ਵਾਸਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਏ? ਅਕਾਲ ਪੁਰਖ ਪਰਮੇਸ਼ਰ ਦਾ ਗਿਆਨ ਤੇ ਵਿਗਿਆਨ। ਪ੍ਰਤਪਾਦਕ ਪ੍ਰਤਪਾਦਿਆ ਜੁਗ ਰੂਪ ਅਕਾਲ ਉਦੋਤ। ਇਹ ਵਿਦਾਂਤ ਦੇ ਗ੍ਰੰਥਾਂ 'ਚ ਸ਼ਬਦ ਆਉਂਦਾ ਪ੍ਰਤਪਾਦਕ ਤੇ ਪ੍ਰਤਪਾਦਿਆ। ਪ੍ਰਤਪਾਦਕ ਮੈਨੇ ਹੁੰਦਾ ਇਹ ਗ੍ਰੰਥ, ਤੇ ਪ੍ਰਤਪਾਦਿਆ ਹੁੰਦਾ ਇਹ ਜੋ ਗ੍ਰੰਥ ਦੇ ਵਿੱਚ ਲਿਖਿਆ ਹੈ। ਸੋ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਤਪਾਦਕ ਹੈ ਤੇ ਅਕਾਲ ਪੁਰਖ ਦੀ ਵਡਿਆਈ, ਅਕਾਲ ਪੁਰਖ ਦਾ ਗਿਆਨ ਵਿਗਿਆਨ ਲਿਖਿਆ ਹੈ, ਇਹ ਪ੍ਰਤਪਾਦਿਆ ਹੈ। ਇਸ ਕਰਕੇ ਇਹਨਾਂ ਦੋਨਾਂ ਦਾ ਇੱਕ ਹੀ ਰੂਪ ਹੈ। ਗ੍ਰੰਥ ਤੇ ਅਕਾਲ ਪੁਰਖ ਦਾ ਇਹ ਸੰਬੰਧ ਹੈ ਆਪਸ ਵਿੱਚ, ਕਿਉਂਕਿ ਅਨੁਬੰਧ ਹੁੰਦਾ ਹੈ ਨਾ। ਅਨੁਬੰਧ ਵਿੱਚ ਕਹਿੰਦੇ ਵੀ ਜਿਹੜੇ ਗੱਲ ਕਰਨ ਲੱਗੇ ਉਹ ਜਿਸ ਵਿਸ਼ੇ ਦੀ, ਉਸ ਵਿਸ਼ੇ ਦਾ ਤੇ ਗ੍ਰੰਥ ਦਾ ਕੀ ਸੰਬੰਧ ਹੈ। ਇਹ ਵਿਦਾਂਤ ਦੇ ਗ੍ਰੰਥਾਂ ਵਿੱਚ, ਵੇਦਾਂ ਵਿੱਚ ਗੱਲ ਲਿਖੀ ਮਿਲਦੀ ਹੈ। ਸੋ ਸਾਹਿਬ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤਿਪਾਦਕ ਹੈ ਤੇ ਅਕਾਲ ਪੁਰਖ ਪ੍ਰਤਿਪਾਦਿਆ ਹੈ। ਤੇ ਇਹ ਗਿਆਨੀ ਗਿਆਨ ਸਿੰਘ ਜੀ, ਰਤਨ ਸਿੰਘ ਜੀ ਭੰਗੂ ਦੀ ਜ਼ਬਾਨ ਤੋਂ ਕਢਾ ਰਹੇ ਨੇ। ਉਹਨੇ ਮਰੀ ਸਾਹਿਬ ਨੂੰ ਕਿਹਾ ਇਹ ਸੰਬੰਧ ਹੈ ਦੋਨਾਂ ਦਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵੀ ਸਾਡਾ ਇਸ਼ਟ ਨੇ। ਉੱਤਮ ਮੱਧਮ ਨਰ ਅਧਿਕਾਰੀ ਤ੍ਰੈ ਭਾਂਤ। ਫਿਰ ਕਹਿਣ ਲੱਗੇ ਰਤਨ ਸਿੰਘ ਜੀ ਭੰਗੂ ਵੀ ਤਿੰਨ ਤਰੀਕੇ ਦੇ ਅਧਿਕਾਰੀ ਹੁੰਦੇ ਹੈ, ਇੱਕ ਉੱਤਮ, ਇੱਕ ਮੱਧਮ ਤੇ ਇੱਕ ਕਨਿਸ਼ਟ। ਇਹ ਤਿੰਨ ਤਰੀਕੇ ਦੇ ਅਧਿਕਾਰੀ ਹੁੰਦੇ ਨੇ, ਇੱਕ ਉੱਪਰਲੇ ਲੈਵਲ ਦਾ, ਇੱਕ ਵਿਚਕਾਰਲਾ ਤੇ ਇੱਕ ਹੇਠਲੇ ਲੈਵਲ ਦਾ। ਤੀਨੋਂ ਹਿਤ ਤ੍ਰੈ ਗੁਰ ਵਚਨ ਕਰੇ ਬਖਿਆਤ। ਇਹ ਤਿੰਨ ਤਰੀਕੇ ਦੇ ਸਿੱਖ ਨੇ ਤੇ ਤਿੰਨਾਂ ਵਾਸਤੇ ਸਤਿਗੁਰੂ ਸਾਹਿਬ ਜੀ ਕਲਗੀਧਰ ਨੇ ਮਰੀ ਸਾਹਿਬ ਤਿੰਨ ਪ੍ਰਕਾਰ ਦੇ ਇਸ਼ਟ ਕਹੇ ਹਨ। ਤਮ ਪ੍ਰਧਾਨ ਅਤਰੀਨ ਕੋ ਇਸ਼ਟ ਆਹੇ ਕਿਰਪਾਨ। ਜਿਹੜਾ ਤਮੋ ਗੁਣ ਦਾ ਸੁਭਾਅ ਹੁੰਦਾ ਵੀ ਗੁੱਸਾ ਕਰਨਾ, ਜੰਗ ਦੇ ਮੈਦਾਨ ਵਿੱਚ ਉਹੀ ਜੂਝ ਸਕਦਾ ਏ ਵੀਰ ਰਸੀ ਸੁਭਾਅ ਵਾਲਾ, ਤਮੋ ਪ੍ਰਧਾਨ। ਅਤਰੀਨ ਮੈਂ ਜਿਹੜੇ ਅਸਤਰਧਾਰੀ ਸੂਰਮੇ ਹਨ ਉਹ ਤਮੋ ਗੁਣ ਪ੍ਰਧਾਨ ਹੀ ਹੁੰਦੇ ਨੇ। ਤੇ ਉਹਨਾਂ ਦਾ ਇਸ਼ਟ ਕੀ ਹੈ? ਕਿਰਪਾਨ। ਕਿਉਂਕਿ ਕਾਲ ਪੁਰਖ ਕਿਰਪਾਨ ਰੂਪ ਹੋ ਕੇ ਪ੍ਰਗਟ ਹੋਇਆ ਸੀ ਨਾ ਹਵਨ ਕੁੰਡ ਵਿੱਚੋਂ। ਇਸ ਵਾਸਤੇ ਕਹਿੰਦੇ ਜਿਹੜੇ ਤਮੋ ਗੁਣੀ ਗੁਰੂ ਕਾ ਖਾਲਸਾ ਹੈ ਨਾ, ਜੰਗ ਦੇ ਮੈਦਾਨ 'ਚ ਜੂਝਣ ਵਾਲਾ ਅਸਤਰਧਾਰੀ, ਉਹਨਾਂ ਦਾ ਇਸ਼ਟ ਕੀ ਹੈ? ਕਿਰਪਾਨ। ਰਾਜ ਪ੍ਰਧਾਨ ਕਰਤੀਨ ਕੋ ਇਸ਼ਟ ਗ੍ਰੰਥ ਗੁਰ ਜਾਨ। ਇਹ ਰਾਜ ਪ੍ਰਧਾਨ ਹੁੰਦਾ ਹੈ ਵੀ ਜਿਹੜੇ ਤਮੋ ਗੁਣ ਤੋਂ ਥੋੜੇ ਜਿਹੇ ਚੰਗੇ ਹੋਣ, ਆਪਣੀ ਕਿਰਤ ਕਰਨ, ਆਪਣਾ ਵਿਵਹਾਰ ਕਰਨ। ਜਿਹੜੇ ਗ੍ਰਸਤੀ ਨੇ, ਕਹਿੰਦੇ ਜਿਹੜੇ ਗ੍ਰਸਤੀ ਲੋਕ ਨੇ ਉਹਨਾਂ ਦਾ ਕੁਲ ਦੇਵਤਾ ਕੀ ਹੈ? ਗੁਰੂ ਗ੍ਰੰਥ ਸਾਹਿਬ। ਉਹ ਇੰਨੀ ਕੀ ਪਹੁੰਚ ਰੱਖਦੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਹੀ। ਉਹ ਨਾ ਤੇ ਜੰਗ ਕਰ ਸਕਦੇ ਐ ਤੇ ਨਾ ਸਮਾਧੀ ਲਾ ਕੇ ਕਾਲ ਪੁਰਖ ਨੂੰ ਦੇਖ ਸਕਦੇ। ਉਹਨਾਂ ਦਾ ਇਸ਼ਟ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਕਿਹਾ ਹੈ। ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਣ। ਸਤ ਪ੍ਰਧਾਨ ਬ੍ਰਿਕਤਾਨ ਕੋ ਆਹੇ ਅਕਾਲ ਉਪਾਸਿਆ। ਅਤੇ ਕਹਿੰਦੇ ਜਿਹੜੇ ਫਿਰ ਸਤੋ ਗੁਣੀ ਪ੍ਰਧਾਨ, ਜਿਹੜੇ ਬਰਕਤ ਲੋਕ ਨੇ, ਜਿਨ੍ਹਾਂ ਦਾ ਸੰਸਾਰ ਨਾਲ ਸੰਬੰਧ ਹੀ ਕੋਈ ਨਹੀਂ। ਸਾਹਿਬ ਬਾਬਾ ਮੱਖਣ ਸਿੰਘ ਜੀ ਵਰਗੇ ਬਰਕਤ, ਜਿਨ੍ਹਾਂ ਨੂੰ ਰਾਜਾ ਤੇ ਰੰਕ ਇੱਕੋ ਜਿਹਾ ਸੀ, ਉਹ ਅਮੀਰ ਗਰੀਬ ਇੱਕੋ ਜਿਹਾ ਸੀ, ਉਹਨਾਂ ਦਾ ਇਸ਼ਟ ਕਾਲ ਪੁਰਖ ਹੈ। ਉਹ ਸਮਾਧੀ ਲਾ ਕੇ ਕਾਲ ਪੁਰਖ ਦੇ ਵਿੱਚ ਲੀਨ ਹੋਏ ਰਹਿੰਦੇ ਆ। ਗ੍ਰਸਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ। ਤੇ ਜਿਹੜੇ ਗੁਰੂ ਖਾਲਸਾ ਜੀ ਕਸ਼ਤਰੀ ਹੈ ਨਾ, ਉਹ ਕਿਰਪਾਨ ਨੂੰ ਮੱਥਾ ਟੇਕਦੇ ਆ। ਕਹਿ ਦਿੰਦੇ ਜੀ ਨਿਹੰਗ ਸਿੰਘ ਪੁੱਠੀਆਂ ਪਰਿਕਰਮਾ ਕਰਦੇ ਆ।
ਨਿਹੰਗ ਸਿੰਘ ਵੀ ਠੀਕ ਪ੍ਰਕਰਮਾ ਕਰਦੇ ਨੇ ਤੇ ਆਮ ਲੋਕ ਵੀ ਠੀਕ ਹੀ ਕਰਦੇ ਨੇ, ਕਿਉਂਕਿ ਇਸ਼ਟ ਵੱਖੋ ਵੱਖਰੇ ਹਨ। ਕਿਰਪਾਨ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਪੁਰਖ 'ਚ ਕੋਈ ਫਰਕ ਨਹੀਂ ਹੈ। ਰਤਨ ਸਿੰਘ ਜੀ ਭੰਗੂ ਨੇ ਦੱਸਿਆ ਮਰੀ ਸਾਹਿਬ ਨੇ ਵੀ ਕਾਲ ਪੁਰਖ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵੀ ਕਾਲ ਪੁਰਖ ਦਾ ਹੀ ਰੂਪ ਹੈ। ਤੇ ਬ੍ਰਹਮੇ ਦੀ ਸਹਾਇਤਾ ਕਰਨ ਵਾਸਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਵਾਹਿਗੁਰੂ ਨੂੰ ਚੇਤੇ ਕੀਤਾ ਤੇ ਹਵਨ ਕੁੰਡ ਦੇ ਵਿੱਚੋਂ ਵਾਹਿਗੁਰੂ ਕਿਰਪਾਨ ਰੂਪ ਹੋ ਕੇ ਪ੍ਰਗਟ ਹੋਇਆ। ਇਸ ਕਰਕੇ ਕਿਰਪਾਨ ਵਾਹਿਗੁਰੂ ਦਾ ਹੀ ਰੂਪ, ਕਾਲ ਪੁਰਖ ਦਾ ਹੀ ਰੂਪ ਹੈ। ਤਿੰਨਾਂ ਵਿੱਚ ਫਰਕ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਲ ਪੁਰਖ ਦੀ ਗੱਲ ਕੀਤੀ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਕਾਲ ਪੁਰਖ ਹੈ। ਤੇ ਹਵਨ ਕੁੰਡ ਦੇ ਵਿੱਚੋਂ ਕਾਲ ਪੁਰਖ ਕਿਰਪਾਨ ਰੂਪ ਪ੍ਰਗਟ ਹੋਇਆ, ਇਸ ਕਰਕੇ ਕਿਰਪਾਨ ਵੀ ਕਾਲ ਪੁਰਖ ਹੀ ਹੈ। ਹੁਣ ਦੁਨੀਆ ਤਿੰਨ ਤਰੀਕੇ ਦੀ ਹੈ। ਇੱਕ ਤੇ ਜਿਹੜੀ ਜੰਗੀ ਫੌਜ ਹੈ, ਨਿਹੰਗ ਸਿੰਘ ਜੰਗੀ ਫੌਜ ਹੈ, ਉਹ ਸ਼ਸਤਰਾਂ ਨੂੰ ਆਪਣਾ ਇਸ਼ਟ ਮੰਨਦੀ ਹੈ, ਉਹ ਸ਼ਸਤਰਾਂ ਦੀ ਪੂਜਾ ਕਰਦੀ ਹੈ। ਤੇ ਉਹ ਜਦੋਂ ਪ੍ਰਕਰਮਾ ਕਰਦੇ ਆ ਤੇ ਉਹ ਕਹਿੰਦੇ ਵੀ ਜੇ ਅਸੀਂ ਖੱਬੇ ਪਾਸਿਓਂ ਪ੍ਰਕਰਮ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਿਰਪਾਨ ਲਾਂਭੇ ਚਲੀ ਜਾਂਦੀ ਹੈ ਤੇ ਨਰਾਦਰੀ ਹੋ ਜਾਂਦੀ ਹੈ ਸਾਡੇ ਇਸ਼ਟ ਦੀ, ਤੇ ਸਾਡਾ ਇਸ਼ਟ ਕਿਰਪਾਨ ਹੈ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਜਦੋਂ ਪ੍ਰਕਰਮਾ ਕਰਦੇ ਆ ਤੇ ਕਿਰਪਾਨ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੋਨਾਂ ਦੀਆਂ ਪ੍ਰਕਰਮਾ ਕਰਦੇ ਆ, ਗੁਰੂ ਗ੍ਰੰਥ ਸਾਹਿਬ ਤੇ ਕਿਰਪਾਨ, ਇਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਤੇ ਕਾਲ ਪੁਰਖ ਹਾਜ਼ਰ ਨਾਜ਼ਰ ਹੈ। ਅਸੀਂ ਤਿੰਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੱਕ ਸਿਰੀ ਵਿੱਚ ਮੰਨ ਕੇ ਤੇ ਪ੍ਰਕਰਮਾ ਕਰਦੇ ਹਾਂ। ਜੇ ਅਸੀਂ ਇਧਰੋਂ ਦੀ ਪ੍ਰਕਰਮਾ ਕਰਦੇ ਹਾਂ ਤੇ ਕਿਰਪਾਨ ਇੱਕ ਬੰਨੇ ਹੋ ਜਾਂਦੀ, ਗੁਰੂ ਗ੍ਰੰਥ ਸਾਹਿਬ ਇੱਕ ਬੰਨੇ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕਿਰਪਾਨ ਨੂੰ ਰੱਖ ਕੇ ਤੇ ਅਸੀਂ ਪ੍ਰਕਰਮਾ ਕਰਦੇ ਹਾਂ, ਕਿਉਂਕਿ ਉਹਨਾਂ ਦਾ ਇਸ਼ਟ ਕਿਰਪਾਨ ਹੈ। ਤੇ ਜਿਹੜੇ ਗ੍ਰਸਤੀ ਨੇ ਉਹ ਇਸ਼ਟ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਉਹ ਇਸ ਵਾਸਤੇ ਇਧਰੋਂ ਦੀ ਪ੍ਰਕਰਮਾ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਤੀ ਰੂਪ ਨੇ ਤੇ ਅਸਾਂ ਇਸਤਰੀ ਰੂਪ ਹੈ। ਪਤੀ ਸੱਜੇ ਪਾਸੇ ਹੁੰਦਾ ਹੈ ਤੇ ਇਸਤਰੀ ਖੱਬੇ ਪਾਸੇ ਹੁੰਦੀ ਹੈ। ਉਹਨਾਂ ਦੀ ਪ੍ਰਕਰਮਾ ਉਧਰੋਂ ਦੀ ਠੀਕ ਹੈ, ਖਾਲਸੇ ਦੀ ਪ੍ਰਕਰਮਾ ਖਾਲਸੇ ਅਨੁਸਾਰ ਠੀਕ ਹੈ। ਇਹਦੇ ਵਿੱਚ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ। ਸੋ ਗੁਰੂ ਖਾਲਸਾ ਜੀ ਇਹ ਤਿੰਨ ਤਰੀਕੇ ਦਾ ਗੁਰੂ ਕਾ ਖਾਲਸਾ ਹੈ, ਸ਼ਸਤਰਧਾਰੀ, ਗ੍ਰਸਤੀ ਤੇ ਬ੍ਰਗਤ ਸਾਧੂ। ਇਹ ਤਿੰਨ ਤਰੀਕੇ ਦੀ ਪੂਜਾ, ਤਿੰਨ ਤਰ੍ਹਾਂ ਦੇ ਇਸ਼ਟ ਭਾਈ ਰਤਨ ਸਿੰਘ ਜੀ ਭੰਗੂ ਨੇ ਮਰੀ ਸਾਹਿਬ ਗੁਰਤਾਨ ਨੂੰ ਦੱਸਣਾ ਕੀਤੇ। ਤਾਂ ਤੇ ਸਭਨ ਕਲਿਆਣ ਹਿਤ ਤ੍ਰੈ ਇਸ਼ਟ ਕਰੇ ਪ੍ਰਕਾਸ਼। ਹਾਂ, ਜੰਗੀ ਫੌਜ, ਬ੍ਰਗਤ ਸਾਧੂ ਤੇ ਜਿਹੜੇ ਗ੍ਰਸਤੀ ਨੇ ਉਹਨਾਂ ਸਾਰਿਆਂ ਦੀ ਕਲਿਆਣ ਵਾਸਤੇ ਕਲਗੀਧਰ ਨੇ ਤਾਂ ਤਿੰਨ ਇਸ਼ਟ ਦੇਵ ਕਹੇ ਨੇ। ਪ੍ਰਤੱਖ ਬਪ ਅਕਾਲ ਕੋ ਪਿਖਿਤ ਗ੍ਰੰਥ ਕਿਰਪਾਨ। ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਕਿਰਪਾਨ ਇਹ ਕਾਲ ਪੁਰਖ ਦੇ ਪ੍ਰਤੱਖ ਰੂਪ ਨੇ। ਕਈ ਕਹਿਣਗੇ ਜੀ ਮੇਰੇ ਹੱਥ ਕਿਰਪਾਨ ਵਾਲੇ ਆ, ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਲਾਉਣਾ। ਤੇ ਉਹਨਾਂ ਨੂੰ ਪੁੱਛੋ ਵੀ ਕਿਰਪਾਨ ਝੂਠੇ ਹੱਥਾਂ ਨੇ ਫੜ ਲਈ ਸੀ? ਇਹ ਨਹੀਂ ਇਸ਼ਟ। ਸ਼ਸਤਰ ਤੇ ਗੁਰੂ ਗ੍ਰੰਥ ਦਾ ਸਤਿਕਾਰ ਇੱਕੋ ਜਿਹਾ ਹੈ, ਇਹਨਾਂ ਵਿੱਚ ਫਰਕ ਕੋਈ ਨਹੀਂ ਹੈ। ਇਹਨਾਂ ਨੂੰ ਗੁਰੂ ਖਾਲਸਾ ਜੀ ਸੁੱਚੇ ਹੱਥਾਂ ਦੇ ਨਾਲ ਹੀ ਪਕੜਨਾ ਚਾਹੀਦਾ ਹੈ। ਸੂਖਮ ਰੂਪ ਅਕਾਲ ਕੋ ਲਖਤ ਸੰਤ ਮਦ ਧਿਆਨ। ਇਹ ਗੁਰੂ ਖਾਲਸਾ ਜੀ ਕਿਰਪਾਨ ਤੇ ਗੁਰੂ ਗ੍ਰੰਥ ਸਾਹਿਬ ਸਥੂਲ ਰੂਪ ਨੇ, ਪ੍ਰਗਟ ਰੂਪ ਨੇ, ਜੋ ਅੱਖਾਂ ਨਾਲ ਨਹੀਂ ਦੇਖੀਦਾ। ਸੂਖਸ਼ਮ ਰੂਪ ਕਾਲ ਪੁਰਖ ਦਾ ਕਹਿੰਦੇ ਉਹ ਜਿਹੜੇ ਸੰਤ ਮਹਾਂਪੁਰਖ ਨੇ ਉਹ ਧਿਆਨ ਲਾ ਕੇ ਧਿਆਨ ਵਿੱਚ ਦੇਖਦੇ ਹਨ। ਨਾਮ ਨਾਮੀ ਤਨ ਜੀਵ ਸਮ ਤੀਨੋ ਏਕ ਸਰੂਪ। ਜਿਵੇਂ ਨਾਮ ਤੇ ਨਾਮੀ ਤੇ ਇਸੇ ਤਰ੍ਹਾਂ ਮਨ ਤੇ ਸਰੀਰ, ਇਹ ਜਿੱਦਾਂ ਦੋ ਚੀਜ਼ਾਂ ਇੱਕ ਨੇ, ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਕਾਲ ਪੁਰਖ ਤੇ ਕਿਰਪਾਨ ਇਹਨਾਂ ਵਿੱਚ ਕੋਈ ਭੇਦ ਨਹੀਂ। ਜਿਵੇਂ ਨਾਮ ਤੇ ਨਾਮੀ ਚ, ਨਾਮ ਜਪਣ ਵਾਲੇ ਤੇ ਨਾਮ ਵਿੱਚ ਕੋਈ ਭੇਦ ਨਹੀਂ ਕਹਿੰਦਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਤੇ ਜਿਵੇਂ ਸਰੀਰ ਤੇ ਮਨ, ਜੇ ਮਨ ਹੈ ਤੇ ਤਾਂ ਹੀ ਸਰੀਰ ਹੈ ਨਾ, ਮਨ ਨਹੀਂ ਤੇ ਸਰੀਰ ਵੀ ਨਹੀਂ ਹੈ, ਇਹਨਾਂ ਵਿੱਚ ਕੋਈ ਭੇਦ ਨਹੀਂ ਹੈ। ਇਸੇ ਤਰ੍ਹਾਂ ਕਿਰਪਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਾਲ ਪੁਰਖ ਇਹਨਾਂ ਵਿੱਚ ਕੋਈ ਭੇਦ ਨਹੀਂ ਹੈ। ਅਧਿਕਾਰੀ ਤੇ ਭੇਦ ਤ੍ਰੈ, ਤ੍ਰੈ ਬਪ ਕਥੇ ਅਨੂਪ। ਬਸ ਖਾਲਸਾ ਹੀ ਤਿੰਨ ਤਰੀਕੇ ਦਾ ਏ। ਇਸ ਵਾਸਤੇ ਤਿੰਨ ਤਰੀਕੇ ਦੇ ਇਸ਼ਟ ਦੇਵ ਦੇ ਵੱਖੋ ਵੱਖਰੇ ਬਾਪ ਸਰੀਰ ਕਹੇ ਨੇ। ਪ੍ਰਤੱਖ ਨੇਤਰਨ ਕਾ ਵਿਸੇ ਇਸ਼ਟ ਗ੍ਰੰਥ ਕਿਰਪਾਨ। ਜੇ ਨੇਤਰਾਂ ਨਾਲ ਇਸ਼ਟ ਵੇਖਣਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ
ਤੇ ਕਿਰਪਾਨ ਦਾ ਦਰਸ਼ਨ ਕਰ ਲਿਆ ਜਾਵੇ। ਸੁਧ ਨੇਤਰ ਬੁੱਧ ਸੇ ਲਖਤ ਜਨ ਅਕਾਲ ਭਗਵਾਨ। ਤੇ ਸੁਧ ਨੇਤਰਾਂ ਦੇ ਨਾਲ, ਮਨ ਬੁੱਧ ਦੇ ਨੇਤਰਾਂ ਨਾਲ ਜਿਹੜਾ ਅਕਾਲ ਪੁਰਖ ਹੈ ਉਹਦਾ ਦਰਸ਼ਨ ਹੋ ਜਾਂਦਾ ਹੈ। ਇਹ ਗੁਰੂ ਖਾਲਸਾ ਜੀ ਰਤਨ ਸਿੰਘ ਜੀ ਭੰਗੂ ਨੇ ਮਰੀ ਸਾਹਿਬ ਨੂੰ ਦੱਸਿਆ ਵੀ ਕਿਰਪਾਨ ਬੁੱਤ ਪ੍ਰਸਤੀ ਨਹੀਂ ਹੈ। ਉਹਨੇ ਕਿਹਾ ਕਿਰਪਾਨ ਬੁੱਤ ਪ੍ਰਸਤੀ ਹੈ, ਜਿੱਦਾਂ ਹਿੰਦੂ ਬੁੱਤ ਪੂਜਦੇ ਤੁਸੀਂ ਕਿਰਪਾਨ ਪੂਜਦੇ ਹੋ। ਤੇ ਫਿਰ ਰਤਨ ਸਿੰਘ ਭੰਗੂ ਨੇ ਲੁਧਿਆਣੇ ਜਵਾਬ ਦਿੱਤਾ ਸੀ ਮਰੀ ਸਾਹਿਬ ਨੂੰ, ਤੇ ਇਹ ਕਥਾ ਪੂਰੀ ਹੋਈ ਹੈ। ਸੋ ਸਾਹਿਬ ਜੀ ਦੀ ਬੜੀ ਖੁਸ਼ੀ ਪ੍ਰਸੰਨਤਾ ਹੋਈ ਹੈ। ਤਿੰਨਾਂ ਭਾਗਾਂ ਦੇ ਵਿੱਚ, ਪਹਿਲੇ 2 ਭਾਗਾਂ ਵਿੱਚ ਬ੍ਰਹਮ ਕਵਚ ਦੀ ਕਥਾ ਹੈ ਤੇ ਤੀਜੇ ਭਾਗ ਵਿੱਚ ਭਗਵਤੀ ਸਤੋਤਰ ਦੀ ਕਥਾ ਹੈ। ਇਹ 3 ਭਾਗਾਂ ਵਿੱਚ ਗੁਰੂ ਖਾਲਸਾ ਜੀ ਸਾਰੀ ਕਥਾ ਫਤਿਹ ਹੋਈ ਹੈ ਤੇ YouTube ਦੇ ਉੱਪਰ ਵੀ ਪਾ ਦਿੱਤੀ ਜਾਵੇਗੀ। ਤੇ ਹੋਰ ਵੀ ਜਿੱਥੇ ਜਿੱਥੇ gurmat.com ਦੇ ਉੱਪਰ ਵੀ ਇਹ ਕਥਾ ਗੁਰੂ ਖਾਲਸਾ ਜੀ ਪਾ ਦਿੱਤੀ ਹੈ 2 ਭਾਗ, ਤੀਸਰਾ ਭਾਗ ਵੀ ਪਾ ਦਿੱਤਾ ਜਾਵੇਗਾ। ਤੇ ਸੰਗਤਾਂ ਸੁਣ ਕਰਕੇ ਲਾਹੇ ਉਠਾਉਣੇ ਤੇ ਅਸੀਸ ਬਖਸ਼ਣੀ ਵੀ ਅੱਗੇ ਜਿਹੜੀ ਨਿਸ਼ਾਨੇ ਸਿੱਖੀ ਲੱਖੀ ਜੰਗਲ ਤੇ ਅਬ ਕਹਿ ਤੋ ਰਾਜਪੂਤ ਕਹਾਊ, ਇਹ ਜਿਹੜੀਆਂ ਬਾਣੀਆਂ ਨੇ ਮਹਾਰਾਜ ਦੀਆਂ ਕਲਗੀਧਰ ਦੀਆਂ, ਇਹਨਾਂ ਦੀ ਕਥਾ ਵੀ ਆਪ ਗੁਰੂ ਕੇ ਸਿੱਖ ਸੰਗਤਾਂ ਦੇ ਸਨਮੁਖ ਰੱਖੀ ਜਾਵੇ। ਸੋ ਬਹੁਤ ਹੀ ਕਿਰਪਾ ਹੈ। ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਸੰਤ ਬਾਬਾ ਠਾਕੁਰ ਸਿੰਘ ਜੀ, ਉਹਨਾਂ ਦੇ ਨਾਮ ਦੇ ਉੱਪਰ ਗੁਰਮਤਿ ਵਿਦਿਆਲਾ ਕੈਰੋਂ ਦੇ ਵਿੱਚ ਚੱਲ ਰਿਹਾ ਹੈ ਤੇ ਪ੍ਰਬੰਧਕ ਕਮੇਟੀ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਹੈ ਤੇ ਪ੍ਰਬੰਧ ਦੇ ਹੇਠ ਇਹ ਸਾਰੀ ਕਥਾ ਜਿਹੜੀ ਹੈ ਇੱਥੇ ਰਿਕਾਰਡ ਹੋ ਰਹੀ ਹੈ। ਸੋ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦੀ ਹਾਂ। ਗਿਆਨੀ ਜੁਗਰਾਜ ਸਿੰਘ ਜੀ ਮਝੈਲ, ਇਹਨਾਂ ਦਾ ਧੰਨਵਾਦ ਹੈ ਜਿਹੜੇ ਬੜੀ ਸੁੰਦਰ ਰਸਨਾ ਤੋਂ ਇਹ ਸੋਹਣਾ ਪਾਠ ਆਪ ਗੁਰੂ ਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ। ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ, ਉਹਨਾਂ ਦੀ ਬੜੀ ਮਹਾਨ ਕਿਰਪਾ ਹੋਈ ਹੈ। ਕਲਗੀਧਰ ਜੀ ਦੀ, ਬਾਬਾ ਦੀਪ ਸਿੰਘ ਜੀ ਦੀ, ਮਹਾਂਪੁਰਖ ਬਾਬਾ ਗੱਜਨ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਨੇ ਬੜੀ ਪ੍ਰੇਰਨਾ ਦਿੱਤੀ। ਗੁਰੂ ਕੀਆਂ ਸੰਗਤਾਂ ਦਾ ਸਤਿਕਾਰ ਮਿਲਿਆ, ਉਤਸ਼ਾਹ ਮਿਲਿਆ। ਇਹ ਸਾਰੀ ਕਥਾ ਸਾਹਿਬ ਜੀ ਨੇ ਆਪ ਕਰਵਾਈ ਹੈ ਜੀ। ਹੋਈ ਭੁੱਲ ਚੁੱਕ ਦੀ ਖਿਮਾ। ਪ੍ਰਤੱਖ ਨੇਤਰਨ ਕਾ ਵਿਸ਼ੇ ਇਸ਼ਟ ਗ੍ਰੰਥ ਕਿਰਪਾਨ, ਸੁਧ ਨੇਤਰ ਬੁੱਧ ਸੇ ਲਖਤ ਜਨ ਅਕਾਲ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।